ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ। ਨਿਊਜ਼ 18 ਪੰਜਾਬ ਦੇ ਉੱਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਨਵੀਂ ਬਣੀ ਸਰਕਾਰ ਜਿਸ ਨੂੰ 7 ਮਹੀਨੇ ਹੋ ਚੁੱਕੇ ਨੇ, ਉਹਨਾਂ ਦਾ ਰਿਪੋਰਟ ਕਾਰਡ ਕੀ ਹੈ, 7 ਮਹੀਨੇ ਦੇ ਵਿੱਚ ਸਰਕਾਰ ਨੇ ਕੀ ਕੁਝ ਕੀਤਾ ਹੈ। ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ, ਮੰਤਰੀ ਨੇ, ਉਹਨਾਂ ਤੋਂ ਸਵਾਲ ਜਵਾਬ ਕਰ ਸਕੀਏ, ਪੰਜਾਬ ਦੇ ਲੋਕਾਂ ਨਾਲ ਜੁੜੇ ਸਵਾਲ ਜਵਾਬ ਕਰ ਸਕੀਏ। ਇਸ ਕਰਕੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮੀਥੇਰ ਜੀ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਤੇ। ਧੰਨਵਾਦ ਗੌਰਵ ਜੀ ਤੇ ਸਾਰੇ ਨਿਊਜ਼ 18 ਦੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਸਾਰੇ ਡਿਪਾਰਟਮੈਂਟ ਇਹਨਾਂ ਦੇ ਕੋਲ ਹੈਗੇ ਨੇ, ਖੇਡ ਮੰਤਰੀ ਨੇ, ਹਾਇਰ ਐਜੂਕੇਸ਼ਨ ਦਾ ਡਿਪਾਰਟਮੈਂਟ ਹੈ, এনवायरमेंट ਦਾ ਡਿਪਾਰਟਮੈਂਟ ਤੁਹਾਡੇ ਕੋਲ ਹੈ, ਬਹੁਤ ਸਾਰੇ ਡਿਪਾਰਟਮੈਂਟ ਨੇ, ਉਹਨਾਂ ਦਾ ਜ਼ਿਕਰ ਕਰੂੰਗਾ। ਗਵਰਨੈਂਸ ਫਾਰਮਸ, ਬਿਲਕੁਲ ਮੈਂ ਉਸ ਦੇ ਉੱਪਰ ਵੀ ਆਉਂਗਾ, ਉਹ ਜ਼ਰੂਰੀ ਹੈ ਬਾਤ। ਪਰ ਮੈਂ ਸ਼ੁਰੂਆਤ ਕਰਦਾ ਹਾਂ, ਮੀਤ ਦਾ ਮਿਸ਼ਨ ਪੂਰਾ ਹੋ ਰਿਹਾ ਹੈ। 7 ਮਹੀਨੇ ਚ ਕੋਈ ਕਦਮ ਮੀਤ ਵਧਾ ਸਕੇ ਆਪਣੇ ਮਿਸ਼ਨ ਨੂੰ ਪੂਰਾ ਕਰਨ, ਕਿਉਂਕਿ ਹਰ ਇੱਕ ਇੰਡੀਵਿਜੂਅਲ ਇੱਕ ਮਿਸ਼ਨ ਦੇ ਉੱਤੇ ਜ਼ਰੂਰ ਹੁੰਦਾ ਕਿ ਮੈਂ ਬਤੌਰ ਮੰਤਰੀ, ਬਤੌਰ ਵਿਧਾਇਕ ਕੁਝ ਨਾ ਕੁਝ ਅਲੱਗ ਕਰਕੇ ਜਾਣਾ ਹੈ। ਕਿ ਮੀਤ ਆਪਣੇ ਮਿਸ਼ਨ ਵਾਲੇ ਪਾਸੇ 7 ਮਹੀਨੇ ਚ ਵਧਣ ਚ ਕਾਮਯਾਬ ਹੋਏ ਨੇ? ਦੇਖੋ ਗੌਰਵ ਜੀ, ਲੋਕਾਂ ਦਾ ਮੈਂਡੇਟ ਬਹੁਤ ਵੱਡਾ ਹੈ। 92 ਸੀਟਾਂ ਪੰਜਾਬ ਦੇ ਲੋਕਾਂ ਨੇ ਸਾਨੂੰ ਜਿਤਾਈਆਂ ਕਿ ਪਹਿਲੀ ਵਾਰੀ ਹੋਇਆ ਕਿ ਸਿੰਗਲ ਲਾਰਜੈਸਟ ਪਾਰਟੀ ਬਿਲਕੁਲ ਮਤਲਬ ਕਿ ਇੰਨੀਆਂ ਸੀਟਾਂ 92 ਸੀਟਾਂ ਲੈ ਜੇ। ਸੋ ਉਹਦੇ ਕਰਕੇ ਨਾ ਕੁਦਰਤੀ ਤੌਰ ਤੇ ਇੱਕ ਪ੍ਰੈਸ਼ਰ ਹੈ ਜਿਹੜਾ ਉਹ ਹੁੰਦਾ, ਕਿਉਂਕਿ ਲੋਕਾਂ ਦੀਆਂ ਉਮੀਦਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਨੇ। ਸੋ ਇਸੇ ਕਰਕੇ ਭਗਵੰਤ ਮਾਨ ਜੀ ਦੀ ਅਗਵਾਈ 'ਚ ਲਗਾਤਾਰ ਸਾਡੇ ਮੰਤਰੀ ਸਾਹਿਬਾਨ, MLA ਸਾਹਿਬਾਨ ਜੋ ਲੋਕਾਂ ਨੇ ਵਾਅਦੇ ਕੀਤੇ ਹੈ ਉਹ ਅਸੀਂ ਸਾਰੇ ਜਿਹੜੇ ਪੂਰੇ ਕਰਨ ਦੀ ਜਿਹੜੀ ਹੈ ਕੋਸ਼ਿਸ਼ ਹੈ ਉਹ ਕਰ ਰਹੇ ਹਾਂ। ਸੋ ਇੱਕੋ ਮਤਲਬ ਕਿ ਜਿਹੜਾ ਮੇਰੇ ਤੇ ਪ੍ਰੈਸ਼ਰ ਹੈ, ਜਿਹੜਾ ਮੇਰਾ ਮਿਸ਼ਨ ਹੈ ਕਿ ਲੋਕਾਂ ਨੇ ਜੋ ਸਾਡੇ ਤੇ ਵਿਸ਼ਵਾਸ ਕੀਤਾ ਹੈ, ਕਿਉਂਕਿ ਸਾਨੂੰ ਵੋਟਾਂ ਕਿਸੇ ਨੇ ਪੈਸਾ ਜਾਂ ਸ਼ਰਾਬ ਲੈ ਕੇ ਨਹੀਂ ਪਾਈਆਂ, ਨਾ ਸਾਡੇ ਕੋਲ ਕੋਈ ਮਸਲ ਪਾਵਰ ਸੀ। ਇੱਕੋ ਵੀ ਯਾਰ ਇਹ ਵੱਖਰੇ ਆ, ਇਹ ਇਮਾਨਦਾਰ ਹੈ, ਇਹਨਾਂ ਨੂੰ ਮੌਕਾ ਦੇ ਕੇ ਦੇਖੋ। ਮੈਂ ਇਹੀ ਕਹਿਣਾ ਕਿ ਲੋਕਾਂ ਦੇ ਨਾਲ ਜਿਹੜਾ ਲੋਕਾਂ ਨੇ ਸਾਥ ਦਿੱਤਾ, ਮੇਰੇ ਬਰਨਾਲੇ ਦੇ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ, ਉਹਦੇ ਨਾਲ ਇਨਸਾਫ ਹੋਣਾ ਚਾਹੀਦਾ। ਸੋ ਉਹਦੇ ਲਈ ਦਿਨ ਰਾਤ ਇਮਾਨਦਾਰੀ ਨਾਲ ਲੱਗੇ ਹੋਏ ਆ। ਦੇਖੋ ਬੜੇ ਫੈਸਲੇ ਸਰਕਾਰ ਜਿਹੜੀ ਆ ਉਹ ਲੈ ਰਹੀ ਹੈ, ਮਤਲਬ ਕਿ ਆਮ ਤੌਰ ਤੇ ਜਿਹੜੇ ਫੈਸਲੇ ਸਰਕਾਰਾਂ ਜਾਂਦੀਆਂ ਹੋਈਆਂ ਲੈਂਦੀਆਂ ਨੇ, ਉਦੋਂ ਵੀ ਮਤਲਬ ਕਿ ਤੁਸੀਂ ਦੇਖੋ ਕਿ ਜਦੋਂ ਚੰਨੀ ਸਾਹਿਬ ਦੀ ਸਰਕਾਰ ਆਈ, ਕੋਈ ਪੰਜਾਬ ਦਾ ਇਦਾਂ ਦਾ ਬੋਰਡ ਨਹੀਂ ਹੋਣਾ, ਕੋਈ ਮੋੜ ਨਹੀਂ ਹੋਣਾ ਜਿੱਥੇ ਨਹੀਂ ਲਿਖਿਆ ਸੀ ਕਿ 33,000 ਮੁਲਾਜ਼ਮ ਪੱਕੇ ਕੀਤੇ। ਅਸੀਂ 2016 ਚ ਵੀ ਲੱਗੇ ਸੀ, KG ਐਕਟ ਲੈ ਕੇ ਆਂਦਾ, ਸਾਰੇ ਮੁਲਾਜ਼ਮ ਜਿਹੜੇ ਆ ਉਹ ਪੱਕੇ ਕਰਤੇ, ਹੋਰ ਬੜੇ ਵੱਡੇ ਵੱਡੇ ਐਲਾਨ, ਕਿਉਂਕਿ ਇਲੈਕਸ਼ਨ ਨੇੜੇ ਸੀ ਪਰ ਹੋਇਆ ਕੁਛ ਨਹੀਂ। ਕਿਉਂਕਿ ਸਾਡੇ ਤੇ ਅਸੀਂ ਉਸ ਜ਼ਿੰਮੇਵਾਰੀ ਨੂੰ ਸਮਝਦੇ ਹਾਂ। ਸਰਕਾਰ ਬਣੀ, ਮੁੱਖ ਮੰਤਰੀ ਸਾਹਿਬ ਦਾ ਮੈਂ ਧੰਨਵਾਦ ਆ ਜਿਨ੍ਹਾਂ ਨੇ ਬੰਨਸਰ ਕਮੇਟੀ ਬਣਾਈ, ਵੀਰਪਾਲ ਚੀਮਾ ਜੀ ਮੈਨੂੰ ਉਹਦੇ ਚ ਮੈਂਬਰ ਲਿਆ, ਨਾਲ ਹਰਜੋਤ ਬੈਂਸ ਜੀ, ਵੀ ਭਾਈ ਆਪਾਂ ਕੱਚੇ ਮੁਲਾਜ਼ਮ ਪੱਕੇ ਕਰਨੇ ਆ। ਕੋਈ ਵੋਟਾਂ ਤਾਂ ਨਹੀਂ ਸੀ ਸਿਰ ਤੇ। ਅਸੀਂ ਸਾਰੇ ਜਿਹੜੇ ਡਿਪਾਰਟਮੈਂਟ ਸੀ, ਉਹਨਾਂ ਦੀ ਯੂਨੀਅਨ ਸੀ, ਉਹਨਾਂ ਨੂੰ ਸੁਣਿਆ ਤੇ ਜਿਹੜਾ ਪੱਕੇ ਕੰਮ ਵਾਲਾ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ, ਪਾਲਿਸੀ ਬਣਾਤੀ ਤੇ ਉਹਦੇ ਰਾਹੀਂ ਹੋਈ। ਜਿਹੜੇ ਟੀਚਰਸ ਨੂੰ ਇਹ ਉਮੀਦ ਹੀ ਨਹੀਂ ਸੀ, ਮੈਂ ਬੜੇ ਟੀਚਰਸ ਨੂੰ ਮਿਲਿਆ, ਉਹ ਕਹਿੰਦੇ ਸਾਨੂੰ ਤਾਂ 18 ਸਾਲ ਹੋ ਗਏ ਸੀ ਭਰਤੀ ਹੋਇਆਂ ਨੂੰ, ਸਾਨੂੰ ਤਾਂ ਉਮੀਦ ਹੀ ਮੁੱਕੀ ਸੀ ਸਾਨੂੰ ਕੋਈ ਪੱਕਾ ਕਰੂਗਾ। ਸਾਨੂੰ ਤਾਂ ਐਂ ਲੱਗਦਾ ਸੀ ਹਰੇਕ ਸਰਕਾਰ ਕਹਿੰਦੀ ਹੁੰਦੀ ਹੈ, ਮਤਲਬ ਕਿ ਬਿਨਾਂ ਧਰਨੇ ਲਾਏ 8700 ਜਿਹੜੇ ਟੀਚਰ ਆ ਉਹਨਾਂ ਨੂੰ ਪੱਕਾ ਕੀਤਾ। 18,500 ਨੂੰ ਨੌਕਰੀ ਜਿਹੜੀ ਹੈ ਉਹ ਦੇ ਚੁੱਕੇ ਆ। ਰੋਜ਼ ਤੁਸੀਂ ਦੇਖਦੇ ਹੋਗੇ ਹੁਣ ਪੁਲਿਸ 'ਚ ਨੌਕਰੀਆਂ ਕੱਢੀਆਂ, ਕਦੇ ਨੈਬ ਤਹਿਸੀਲਦਾਰ ਦਾ ਪੇਪਰ ਹੋ ਰਿਹਾ, ਕੋਈ ਇਲੈਕਸ਼ਨ ਸਿਰ ਤੇ ਤਾਂ ਨਹੀਂ। ਇਸੇ ਕਰਕੇ ਕਿਉਂਕਿ ਸਾਡੀ ਇੰਟੈਂਸ਼ਨ ਸਾਫ਼ ਹੈ ਵੀ ਯਾਰ ਬੱਚੇ ਬੇਰੁਜ਼ਗਾਰ ਤੁਰੇ ਫਿਰਦੇ ਆ, ਸਰਕਾਰੀ ਮਹਿਕਮੇ ਖਾਲੀ ਪਏ ਆ, ਪਹਿਲਾਂ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਦਿਓ। ਹੋਰ ਵੀ ਵੱਖ-ਵੱਖ ਡਿਪਾਰਟਮੈਂਟਾਂ 'ਚ ਬੜੇ ਲੋਕਾਂ ਨੂੰ ਲੱਗਦਾ ਸੀ ਵੀ ਜੀ ਸਰਕਾਰ ਬਿਜਲੀ ਵਾਲਾ ਜੀ, ਇਹ ਮੈਨੂੰ ਲੱਗਦਾ ਤੁਹਾਨੂੰ ਵੀ ਲੱਗਦਾ ਹੋ ਵੀ ਇਹ ਦੋ ਸਰਕਾਰਾਂ ਨੇੜੇ ਜਾ ਕੇ ਕਰਦੇ ਹੁੰਦੇ ਆ, ਵੱਡਾ ਐਲਾਨ 27 ਚ ਕਰਦੇ ਹੀ ਕਹਿੰਦੇ ਹਨੀਮੂਨ ਪੀਰੀਅਡ ਹੁੰਦਾ 6-7 ਮਹੀਨੇ ਦਾ। ਮੈਂ ਉਹੀ ਕਹਿਣਾ, ਦੇਖੋ ਸਾਡੀ ਸਾਰੀ ਸਰਕਾਰ ਵਿੱਚ ਉਹਦੇ ਮੈਂ ਹਿੱਸਾ, ਅਸੀਂ ਇਮਾਨਦਾਰੀ ਨਾਲ ਲੱਗੇ ਹੋਏ ਆ। ਅਸੀਂ ਨਵੇਂ ਆ, ਹੋ ਸਕਦਾ ਸਾਨੂੰ ਤਜਰਬੇ ਦੀ ਕਮੀ ਹੋਵੇ, ਕਿਤੇ ਗਲਤੀ ਵੀ ਹੋ ਗਈ ਹੋਵੇ, ਪਰ ਸਾਡੀ ਇੰਟੈਂਸ਼ਨ ਦੇ ਵਿੱਚ, ਨੀਅਤ ਦੇ ਵਿੱਚ ਖੋਟ ਨਹੀਂ। ਅਸੀਂ ਇਮਾਨਦਾਰੀ ਨਾਲ ਜਿੰਨੇ ਵਾਅਦੇ ਕੀਤੇ ਆ ਉਹ ਲੋਕਾਂ ਦੇ ਨਾਲ ਪੂਰੇ ਕਰਨ ਲਈ ਅਸੀਂ ਵਚਨਬੱਧ ਆ ਤੇ ਇੱਕ ਇੱਕ ਕਰਕੇ ਜਿਹੜਾ ਮਾਨ ਸਾਹਿਬ ਦੀ ਅਗਵਾਈ ਜਿਹੜਾ ਉਹ ਲੱਗੇ ਹੋਏ ਆ। ਸੈਟੀਸਫੈਕਟਰੀ ਹੈ ਤੁਹਾਡੇ ਲਈ, ਖੁਦ ਦੇ ਲਈ ਸੰਤੁਸ਼ਟ ਹੋ ਜਿਸ ਤਰੀਕੇ ਨਾਲ ਕਦਮ ਵਧਾਏ ਨੇ? ਮੈਂ ਸਟਾਰਟਿੰਗ ਇਸੇ ਕਰਕੇ ਇਸੇ ਸਵਾਲ ਤੋਂ ਕਰ ਰਿਹਾ। ਮੈਂ ਹਾਂਜੀ ਸੰਤੁਸ਼ਟ ਹਾਂ ਕਿ ਮੈਂ ਇਮਾਨਦਾਰੀ ਦੇ ਨਾਲ, ਕਿਉਂਕਿ ਮੈਂ ਕਦੇ ਜਿੱਦਣ ਮੈਂ 7 ਮਹੀਨੇ ਹੋ ਗਏ ਮੈਂ ਕਦੇ ਛੁੱਟੀ ਕਰਕੇ ਨਹੀਂ ਦੇਖੀ, ਕਦੇ ਇੱਕ ਦਿਨ ਆਇਆ ਨਹੀਂ ਹੋਇਆ ਵੀ ਮੈਂ ਕੋਈ ਆਪਦੀ ਰਿਸ਼ਤੇਦਾਰੀ 'ਚ ਕਦੇ ਚਲਾ ਗਿਆ ਹੋਇਆ, ਘੁੰਮਣ ਫਿਰਨ ਚਲਾ ਗਿਆ। ਮੈਂ ਕੀ ਸਾਡੀ ਟੀਮ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਦੇਖਦੇ ਆ ਵੀ ਅੱਜ ਕੀ ਕੀਤਾ। ਮੇਰੇ ਕੋਲੇ 5 ਡਿਪਾਰਟਮੈਂਟ ਨੇ ਤੇ ਮੈਨੂੰ ਲੱਗਦਾ ਕੋਈ ਇਦਾਂ ਡਿਪਾਰਟਮੈਂਟ ਨਹੀਂ ਜਿਹਦੀਆਂ ਹਫ਼ਤੇ 3 ਤੋਂ 4 ਮੀਟਿੰਗਾਂ ਨਹੀਂ ਹੁੰਦੀਆਂ। ਰੋਜ਼ ਪੁੱਛੀਦਾ, ਰਿਵਿਊ ਲਈਦਾ, ਬਿਊਰੋਕ੍ਰੇਸੀ ਨਾਲ ਮੀਟਿੰਗ ਕਰੀ ਦੀ ਅਫਸਰਾਂ ਦੇ ਨਾਲ ਵੀ ਯਾਰ ਇਹਦੇ 'ਚ ਆਪਾਂ ਕੀ ਕਰ ਸਕਦੇ ਹਾਂ। ਅਸੀਂ ਗਵਰਨੈਂਸ ਫਾਰਮ 'ਚ ਬੜਾ ਕੁਝ ਕੀਤਾ, ਖੇਡਾਂ ਵਾਲੇ ਵਿੱਚ ਅਸੀਂ ਬੜਾ ਕੁਝ ਕਰ ਰਹੇ ਹਾਂ, ਪੋਲੂਸ਼ਨ ਨਾਲ 'ਚ ਅਸੀਂ ਬੜੇ ਇਨੀਸ਼ੀਏਟਿਵ ਲੈ ਰਹੇ ਹਾਂ। ਮਤਲਬ ਕਿ ਰੋਜ਼ ਕੁਛ ਨਾ ਕੁਛ ਉਹਦੇ 'ਚੋਂ ਜੇ ਸਾਨੂੰ ਕੋਈ ਚੀਜ਼ ਲੱਗਦੀ ਹੈ ਵੀ ਉੱਥੇ
ਸੈਕਟਰੀਏਟ 'ਚ ਬੈਠ ਕੇ ਵੀ ਨਹੀਂ ਹੋ ਸਕਦੀ ਤਾਂ ਅਸੀਂ ਗਰਾਊਂਡ ਤੇ ਜਾਂਦੇ ਹਾਂ, ਕਿਉਂਕਿ ਹੁਣ ਖੇਡਾਂ ਵਾਲਾ ਹੈ। ਜੇ ਮੈਂ ਤਾਂ ਚਲੋ ਆਪ ਖੇਡਦਾ ਰਿਹਾ, ਜੇ ਕੋਈ ਇਦਾਂ ਦਾ ਮੰਤਰੀ ਵੀ ਰਿਹਾ ਜਿਹੜਾ ਆਪ ਨਹੀਂ ਖੇਡਦਾ ਰਿਹਾ, ਘੱਟੋ ਘੱਟ ਖੇਡਾਂ ਨੂੰ ਜਾ ਕੇ ਪੁੱਛ ਲਓ ਜਿਹੜੇ ਖੇਡਦੇ ਰਹੇ ਆ, ਕਿਉਂਕਿ ਕੀ ਮੁਸ਼ਕਲ ਹੈ, ਕੀ ਉਹਦਾ ਹੱਲ ਹੈ, ਲੋਕ ਦੱਸ ਸਕਦੇ ਆ। ਮੈਂ ਸੁਵਿਧਾ ਕੇਂਦਰਾਂ 'ਚ ਵੀ ਜਾਣਾ, ਉਹਨਾਂ ਤੋਂ ਪੁੱਛਦਾ ਵੀ ਭਾਈ ਕੀ ਸਮੱਸਿਆ, ਉਹਦਾ ਫਿਰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਕਾਲਜ ਦੇ ਵਿੱਚ ਵੀ ਜਾਣਾ, ਹਰ ਚੀਜ਼ ਦਾ, ਕਿਉਂਕਿ ਦੇਖੋ ਹੱਲ ਕਰਨ ਨੂੰ ਕਈ ਵਾਰੀ ਸਮਾਂ ਲੱਗਦਾ ਹੈਗਾ, ਕੋਈ ਜਾਦੂ ਦੀ ਛੜੀ ਨਹੀਂ ਵੀ ਅਸੀਂ ਇੱਕੋ ਦਮ ਕਰ ਦਾਂਗੇ, ਪਰ ਅਸੀਂ ਸਮੱਸਿਆਵਾਂ ਸਾਨੂੰ ਸਾਰੀਆਂ ਪਤਾ ਨੇ, ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਰਿਵਿਊ ਵੀ, ਫੀਡਬੈਕ ਵੀ, ਜਿਵੇਂ ਆ ਪੋਲੂਸ਼ਨ ਦੀਆਂ NOC ਸੀਗੀਆਂ ਬੜੀਆਂ, ਮੈਂ ਜਦੋਂ ਮੰਤਰੀ ਬਣਿਆ ਬੜੀਆਂ ਪੈਂਡਿੰਗ ਪਈਆਂ ਸੀ, ਅਸੀਂ ਬੁਲਾਇਆ 4 ਦਿਨ ਪਹਿਲਾਂ ਫਿਰ ਪਟਿਆਲੇ 'ਚ ਮੀਟਿੰਗ ਲਈ, 2 ਮਹੀਨੇ ਪਹਿਲਾਂ ਉਹਨਾਂ ਨੂੰ ਕਿਹਾ ਵੀ ਸਾਰੀ ਜਿਹੜੀ ਜਿੰਨੀ ਪੈਂਡੈਂਸੀ ਹੈ ਉਹ ਕਲੀਅਰ ਕਰੋ, ਜਿੰਨੇ ਤੁਹਾਡੇ ਕੋਲ ਦੇਣਾ ਜੇ 21 ਦਿਨਾਂ 'ਚ ਫਾਈਲ ਕਰਨੀ 21 ਦਿਨਾਂ 'ਚ ਕੱਢੋ। ਹੁਣ ਮੈਨੂੰ ਚਲੋ ਖੁਸ਼ੀ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੀ ਮਤਲਬ ਕਿ ਅਫਸਰਾਂ ਨੂੰ ਕਿਹਾ ਕਿ ਇਹਦੀਆਂ 4 ਰਹਿੰਦੀਆਂ ਸੀ, ਕਿ ਇਹਦੀਆਂ 5, 700 ਕੇਸਾਂ 'ਚੋਂ ਇੰਨੀਆਂ ਨੇ ਰਹਿ ਗਈਆਂ ਸੀ। ਉਹ ਵੀ ਕਿਹਾ ਕਿ ਅਗਲੇ ਮਹੀਨੇ ਜਦੋਂ ਮੀਟਿੰਗ ਹੋਊਗੀ ਇੱਕ ਵੀ ਪੈਂਡੈਂਸੀ ਜਿਹੜੀ ਆ ਉਹ ਰਹਿਣੀ ਨਹੀਂ ਚਾਹੀਦੀ, ਕਿਉਂਕਿ ਲੋਕਾਂ ਨੇ ਸਰਕਾਰ ਬਣਾਈ ਆ, ਲੋਕਾਂ ਨੂੰ ਚਾਹੇ ਉਹ ਆਮ ਲੋਕ ਨੇ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਇੰਡਸਟਰੀਲਿਸਟ ਹੈ, ਹਰ ਇੱਕ ਨੂੰ ਇਹ ਹੈ ਵੀ ਸਾਡਾ ਕੰਮ ਜਲਦੀ ਜਿਹੜਾ ਹੋਵੇ। ਸੋ ਜਦੋਂ ਕਰਨਾ ਹੀ ਹੈ ਤਾਂ ਉਹਦੇ 'ਚ ਡਿਲੇ ਨਹੀਂ ਹੋਣੀ ਚਾਹੀਦੀ। ਸੋ ਸਾਰੇ ਡਿਪਾਰਟਮੈਂਟ ਦਾ ਅਸੀਂ ਰਿਵਿਊ ਲੈ ਕੇ ਕੰਮ ਜਿਹੜਾ ਉਹ ਕਰਨਾ। ਠੀਕ ਹੈ, ਚਲੋ ਮੈਂ ਹੁਣ ਡਿਪਾਰਟਮੈਂਟ ਵਾਈਜ਼ ਸ਼ੁਰੂ ਕਰਦਾ। ਸਭ ਤੋਂ ਪਹਿਲਾਂ ਗੱਲ ਐਨਵਾਇਰਨਮੈਂਟ ਦੀ। ਪਹਿਲਾ ਟਾਸਕ ਹੈ ਝੋਨੇ ਦੀ ਵਾਢੀ ਚੱਲ ਰਹੀ ਹੈ, ਉਸ ਤੋਂ ਬਾਅਦ ਪੋਲਿਊਸ਼ਨ ਕੰਟਰੋਲ ਬੋਰਡ ਆਪਣੇ ਤਰੀਕੇ ਨਾਲ ਕੰਮ ਕਰੇਗਾ, ਬਹੁਤ ਸਾਰੇ ਪਰਚੇ ਕਾਰਵਾਈਆਂ ਹੁੰਦੀਆਂ ਨੇ, ਉਹਨੂੰ ਕਿਵੇਂ ਕੰਟਰੋਲ ਕਰਨ ਦੀ ਤੁਸੀਂ ਇਸ ਵਾਰੀ ਪਲੈਨਿੰਗ ਕੀਤੀ ਹੈ? ਦੇਖੋ ਗੌਰਵ ਜੀ, ਨਾ ਇਹ ਬੜੀ ਵੱਡੀ ਸਮੱਸਿਆ, ਤੇ ਇਹ ਨੂੰ ਤੁਸੀਂ ਇਕੱਲੇ, ਕਿਉਂਕਿ 3.25 ਕਰੋੜ ਆਬਾਦੀ ਪੰਜਾਬ ਦੀ ਹੈ, ਇਹ ਤੂੰ ਅਗਲੇ ਪੰਜਾਬ ਤਾਂ ਰਹਿਣਾ ਨਹੀਂ, ਹਰਿਆਣੇ ਵਾਲੇ ਅੱਗ ਲਾਉਂਦੇ ਉਹਨਾਂ ਦਾ ਵੀ ਹਰਿਆਣੇ 'ਚ ਨਹੀਂ ਰਹਿਣਾ, ਯੂਪੀ ਵਾਲੇ ਲਾਉਂਦੇ ਆ ਉਹਨਾਂ ਦਾ ਵੀ ਨਹੀਂ ਰਹਿਣਾ। ਸੋ ਇਹ ਬੜੀ ਵੱਡੀ ਸਮੱਸਿਆ, ਤੇ ਇਹਦੇ ਲਈ ਮੈਂ ਜਦੋਂ ਗੁਜਰਾਤ ਮੀਟਿੰਗ ਹੋਈ ਵਾਤਾਵਰਣ ਮੰਤਰੀਆਂ ਦੀ, ਮੈਂ ਉੱਥੇ ਵੀ ਗਿਆ। ਪਿਛਲੇ ਦਿਨੀ ਜਿਹੜੇ ਮੰਤਰੀ ਨੇ ਰਵਿੰਦਰ ਪ੍ਰਧਾਨ ਜੀ, ਉਹਨਾਂ ਨੇ ਮੀਟਿੰਗ ਲਈ ਆਨਲਾਈਨ, ਮੈਂ ਉਹਦੇ 'ਚ ਵੀ ਕਿਹਾ, ਇੱਕੋ ਗੱਲ ਕਹੀ, ਦੇਖੋ ਜੀ ਸਾਡੇ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ, ਪਰ ਅਸੀਂ ਸਮਝਦੇ ਹਾਂ, ਉਹਦੀ ਜ਼ਿੰਮੇਵਾਰੀ ਸਮਝਦਾ ਕਿ ਅਸੀਂ ਖੇਤੀ ਪ੍ਰਧਾਨ ਸੂਬਾ, ਅਸੀਂ ਫਿਰ ਵੀ ਆਪਦੇ ਕਿਸਾਨਾਂ ਨੂੰ 500 ਰੁਪਇਆ ਪ੍ਰਤੀ ਏਕੜ ਦੇਣ ਲਈ ਤਿਆਰ ਆ, ਪਰ ਸੈਂਟਰ ਵੀ ਜ਼ਿੰਮੇਵਾਰੀ ਸਮਝੇ ਵੀ ਤੁਸੀਂ ਵੀ ਦਿਓ, ਤਾਂ ਕਿ ਆਪਾਂ ਉਹਨਾਂ ਦੀ ਮਦਦ ਜਿਹੜੀ ਆ ਉਹ ਅਸੀਂ ਕਰ ਸਕੀਏ। ਚਲੋ ਹੁਣ ਸੈਂਟਰ ਨਹੀਂ ਕਰ ਰਿਹਾ, ਅਸੀਂ ਤਾਂ ਚਲੋ ਡਿਮਾਂਡ ਕਰਨੀ ਹੈ, ਪਰ ਉਸ ਤੋਂ ਇਲਾਵਾ ਅਸੀਂ 1.25 ਲੱਖ ਜਿਹੜੀ ਹੈ ਮਸ਼ੀਨਰੀ ਕਿਸਾਨਾਂ ਨੂੰ ਜਿਹੜੀ ਪ੍ਰੋਵਾਈਡ ਜਿਹੜੀ ਹੈ ਉਹ ਕਰਵਾਈ ਹੈ। ਅਸੀਂ ਬੇਲਰ ਲੈ ਕੇ ਦੇ ਰਹੇ ਹਾਂ, ਅਸੀਂ ਹੈਪੀ ਸੀਡਰ ਲੈ ਕੇ ਦੇ ਰਹੇ ਹਾਂ, ਤੇ ਪਹਿਲੀ ਵਾਰ ਹੋਇਆ ਕਿ ਅਸੀਂ ਇਸ ਤਰ੍ਹਾਂ ਦੀ ਇੱਕ ਐਪ ਡਿਵੈਲਪ ਕੀਤੀ ਹੈ। ਬਹੁਤੇ ਕਿਸਾਨਾਂ ਨੂੰ ਉਹਦੇ ਬਾਰੇ ਪਤਾ ਦੇ ਉੱਤੇ ਉਹ ਅਪਲਾਈ ਵੀ ਕਰ ਰਹੇ ਆ, ਕਿ ਜਿਸ ਤਰ੍ਹਾਂ ਉਬਰ ਹੈ, ਮੈਂ ਇੱਥੇ ਤੁਹਾਡੇ ਸਟੂਡੀਓ ਬੈਠਾ, ਇੱਥੇ ਟ੍ਰਿਬਿਊਨ ਚੌਂਕ ਵਾਲੀ ਟੈਕਸੀ ਨੇੜੇ ਹੈ, ਕਿ ਜਾਂ ਇਧਰੋਂ ਰਾਮ ਦਰਬਾਰ ਵਾਲੀ ਨੇੜੇ ਆ, ਜਾਂ ਇਧਰੋਂ ਕੋਈ ਆ ਜਿਹੜਾ ਨਾਲ ਸੈਕਟਰ ਹੈ 31 ਸੈਕਟਰ ਨੇੜੇ ਹੈ, ਆਪਾਂ ਨੂੰ ਆਨਲਾਈਨ ਉਬਰ ਤੇ ਪਤਾ ਲੱਗ ਜਾਂਦਾ। ਉਵੇਂ ਅਸੀਂ ਇੱਕ ਐਪ ਕੀਤੀ ਹੈ ਕਿ ਉਹਦੇ ਨਾਲ ਕਿਸਾਨ ਨੂੰ ਪਤਾ ਲੱਗ ਜੂਗਾ ਵੀ ਜੇ ਜਿਹੜੀ ਮੈਨੂੰ ਮਸ਼ੀਨਰੀ ਚਾਹੀਦੀ ਹੈ, ਮੇਰੇ ਗਵਾਂਢੀ ਪਿੰਡ ਹੈ ਤੇ ਕੱਲ ਨੂੰ ਜਿਹੜੀ ਹੈ ਫ੍ਰੀ ਹੋ ਰਹੀ ਹੈ, ਉਹਦੇ ਤੇ ਮਤਲਬ ਕਿ ਆਨਲਾਈਨ ਜਿਹੜਾ ਉਹਦੇ ਤੇ ਰਿਕੁਐਸਟ ਹੈ ਜਿਹੜਾ ਉਹ ਕਰ ਸਕਦਾ। ਅਸੀਂ ਇਹ ਵੀ ਕੀਤਾ, 1.25 ਲੱਖ ਮਸ਼ੀਨਰੀ ਅਸੀਂ ਲੈ ਕੇ ਦੇ ਰਹੇ ਹਾਂ। ਅਸੀਂ ਇੱਥੋਂ ਤੱਕ ਕਿ 5 ਜਿਹੜੀ ਮਸ਼ੀਨਰੀਆਂ ਅਸੀਂ ਹਰ ਬਲਾਕ ਤੇ ਬਿਲਕੁਲ ਫ੍ਰੀ ਆਫ ਕਾਸਟ ਦੇ ਰਹੇ ਹਾਂ ਜਿਹੜੇ ਕਿਸਾਨਾਂ ਨੂੰ। ਇਹ ਤਾਂ ਹੋ ਗਈ ਇਨਸੈਟਿਵ, ਕਿਉਂਕਿ ਇਹ ਦੋ ਤਰ੍ਹਾਂ 'ਚ ਜਿਹੜੀ ਪਰਾਲੀ ਵਾਲੀ ਸਮੱਸਿਆ ਦਾ ਹੱਲ ਹੁੰਦਾ, ਇੱਕ ਇਨਸੈਟਿਵ ਜਿਹੜੀ ਆਪਾਂ ਖੇਤ ਦੇ ਵਿੱਚ ਹੀ ਹੱਲ ਕਰਦੇ, ਇੱਕ ਐਕਸੈਟਿਵ ਹੈ ਜਿਹੜੀ ਮਤਲਬ ਕਿ ਅਸੀਂ ਪਰਾਲੀ ਨੂੰ ਐਜ਼ ਏ ਫਿਊਲ ਯੂਜ਼ ਕਰਨਾ। ਉਹਦੇ 'ਚ ਵੀ ਅਸੀਂ ਬਹੁਤ ਇੰਡਸਟਰੀ ਨੂੰ ਮੋਟੀਵੇਟ ਕਰ ਰਹੇ ਹਾਂ, ਉਹਨਾਂ ਨੂੰ ਇਨਸੈਂਟਿਵ ਦੇ ਰਹੇ ਹਾਂ ਕਿ ਭਾਈ ਤੁਸੀਂ ਬੋਇਲਰ ਲਾਓ ਜਿਹਦੇ 'ਚ ਐਜ਼ ਏ ਫਿਊਲ ਜਿਹੜਾ ਇਹਨੂੰ ਯੂਜ਼ ਕਰੀਏ, ਤੇ ਬੜੀ ਇੰਡਸਟਰੀ ਇਸ ਪਾਸੇ ਨੂੰ ਆ ਵੀ ਰਹੀ ਹੈ। ਆ ਇੱਥੇ ਡੇਰਾ ਬੱਸੀ 'ਚ ਵੀ ਇੱਕ ਬਹੁਤ ਵੱਡਾ ਪਲਾਂਟ ਲੱਗਿਆ, ਅਬਲੋਹ 'ਚ ਲੱਗਿਆ, ਮੈਂ ਰੀਸੈਂਟਲੀ ਉੱਥੇ ਵਿਜ਼ਿਟ ਵੀ ਕਰਕੇ ਅਸੀਂ ਜਿਹੜੇ ਪੱਠੇ ਵਾਲੇ ਆ ਉਹਨਾਂ ਲਈ ਤਾਂ ਅਸੀਂ ਮਤਲਬ ਕਿ ਉਹਨਾਂ ਨਾਲ ਮੀਟਿੰਗਸ ਵੀ ਕੀਤੀਆਂ, ਉਹਨਾਂ ਨੂੰ ਕੰਪਲਸਰੀ ਕਰਨ ਜਾ ਰਹੇ ਹਾਂ, ਕਿਉਂਕਿ ਇਹਦੇ ਨਾਲ ਜਿਹੜੇ ਪਰਾਲੀ ਦੇ ਬ੍ਰੈਕਟਸ ਜਾਂ ਪੈਲਟਸ ਜਿਹੜੇ ਆ ਉਹ ਬਣ ਜਾਂਦੇ ਛੋਟੇ, ਗਿੱਟੀ ਜਿਹਨੂੰ ਕਹਿੰਦੇ ਆ, ਕਿ 20% ਤੁਸੀਂ ਐਜ਼ ਏ ਫਿਊਲ ਜਿਹੜਾ ਉਹ ਯੂਜ਼ ਕਰੋ, ਤੇ ਉਹ ਸਸਤਾ ਵੀ ਪਊਗਾ। ਪਰ ਇਹਦੇ ਨਾਲ ਵੀ ਨਾ, ਕਿਉਂਕਿ 200 ਲੱਖ ਟਨ ਪਰਾਲੀ ਪੰਜਾਬ 'ਚ ਹਰ ਸਾਲ ਹੁੰਦੀ ਹੈ, ਜਿਹੜਾ ਐਕਸੇਟਿਵ ਹੈ ਵੀ ਐਜ਼ ਏ ਫਿਊਲ ਯੂਜ਼ ਕਰਨਾ, ਉਹਦੇ ਨਾਲ 10 ਲੱਖ 20 ਲੱਖ 25 ਲੱਖ ਇਸ ਤੋਂ ਜ਼ਿਆਦਾ ਨਹੀਂ ਸੀ ਕਰ ਸਕਦੇ। ਸਾਨੂੰ ਇਨਸੈਟਿਵ ਦਾ ਹੀ ਹੱਲ ਕਰਨਾ ਪਊਗਾ। ਉਹਦੇ ਲਈ ਜਾਂ ਤਾਂ ਅਸੀਂ, ਕਿਉਂਕਿ ਅਸੀਂ ਕਹਿੰਦੇ ਸੀ, ਕਿਉਂਕਿ ਕਈ ਕਹਿੰਦੇ ਆ ਜੀ ਡੀਕੰਪੋਜ਼ਰ ਲੈ ਕੇ ਆਓ, ਦਿੱਲੀ 'ਚ ਅਸੀਂ ਡੀਕੰਪੋਜ਼ਰ ਯੂਜ਼ ਕਰ ਰਹੇ ਹਾਂ, ਕਿਉਂਕਿ ਉੱਥੇ ਨਾ ਵਿੰਡੋ ਲੰਬੀ ਹੈ ਜਦੋਂ ਝੋਨਾ ਕੱਟਣ ਦੀ ਤੇ ਕਣਕ ਬੀਜਣ ਦੀ। ਪੰਜਾਬ 'ਚ ਵਿੰਡੋ ਬੜੀ ਛੋਟੀ ਹੈ, 5 ਦਿਨਾਂ ਦੀ ਹੈ, ਉਹਦੇ ਵਿੱਚ ਡੀਕੰਪੋਜ਼ਰ ਕੰਮ ਨਹੀਂ ਕਰ ਸਕਦਾ। ਮੈਂ ਥੋੜਾ ਜਿਹਾ ਹੋਰ ਸੌਖਾ ਕਰ ਦਵਾਂ ਦਰਸ਼ਕਾਂ ਵਾਸਤੇ, ਤੁਸੀਂ ਡੀਕੰਪੋਜ਼ਰ ਉਸ ਘੋਲ ਦਾ ਜ਼ਿਕਰ ਕਰ ਰਹੇ ਹੋ, ਮੈਂ ਘੋਲ ਦਾ ਜ਼ਿਕਰ ਕਰ ਛਿੜਕਾ ਕਰਕੇ ਜਿਹਦੇ ਉਹਨਾਂ 20-25 ਦਿਨਾਂ 'ਚ ਉਹਦਾ ਜਿਹੜੀ ਪਰਾਲੀ ਦਾ ਜਿਹੜਾ ਹੱਲ ਹੈ ਉਹ ਹੋ ਜਾਂਦਾ ਹੈ। ਪੰਜਾਬ 'ਚ ਵਿੰਡੋ ਬੜੀ ਛੋਟੀ ਹੈ, ਇਸ ਕਰਕੇ ਉਹ ਵੀ ਨਹੀਂ ਹੋ ਸਕਦਾ। ਪਰ ਉਹਦੇ ਨਾਲ ਨਾਲ ਨਾ ਮੈਂ ਜਿਹੜਾ ਮੀਟਿੰਗ 'ਚ ਵੀ ਪੱਖ ਰੱਖਿਆ ਸੀ, ਦੇਖੋ ਜਿੰਨਾ ਟਾਈਮ, ਕਿਉਂਕਿ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਵਿਧਾਨ ਸਭਾ 'ਚ ਜਿਹੜੇ ਕੁਝ ਕਿਸਾਨ
ਜਿਹੜਿਆਂ ਨੇ ਕਈ 8-8 ਸਾਲ ਤੋਂ 5-5 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ, ਉਹਨਾਂ ਨੂੰ ਅਸੀਂ ਬੁਲਾ ਕੇ ਜਿਹੜਾ ਅਸੀਂ ਮੋਟੀਵੇਟ ਆ, ਜਿਹੜਾ ਉਹਨਾਂ ਦੀ ਐਪਰੀਸ਼ੀਏਟ, ਜਿਹੜਾ ਉਹਨਾਂ ਨੂੰ ਸਨਮਾਨਿਤ ਜਿਹੜਾ ਉਹ ਕੀਤਾ ਸੀ। ਕਿਉਂਕਿ ਜਿੰਨਾ ਟਾਈਮ ਨਾ ਇਹ ਦੇਖੋ ਅਸੀਂ ਕੋਸ਼ਿਸ਼ਾਂ ਆਪਦੀਆਂ ਕਰ ਰਹੇ ਹਾਂ, ਧਾਲੀਵਾਲ ਸਾਹਿਬ ਲਗਾਤਾਰ ਲੱਗੇ ਹੋਏ ਆ, ਅਸੀਂ ਤਾਂ ਇੱਥੋਂ ਤੱਕ ਕਿ ਜਿਹੜੇ ਯੂਨੀਵਰਸਿਟੀ ਦੇ ਬੱਚੇ ਆ, ਪਰਸੋਂ ਨੂੰ ਜਿਹੜਾ ਪੰਜਾਬੀ ਯੂਨੀਵਰਸਿਟੀ ਤੇ ਸਾਡਾ ਉੱਥੇ ਸੈਮੀਨਾਰ ਹੈ, GNDU ਹੈ, PAU, ਅਸੀਂ ਯੂਨੀਵਰਸਿਟੀ ਦੇ ਬੱਚਿਆਂ ਨੂੰ ਵੀ ਇਨਵੋਲਵ ਕਰ ਰਹੇ ਕਿ ਤੁਸੀਂ ਅਵੇਅਰਨੈਸ ਜਿਹੜੀ ਹੈ, ਕਿਉਂਕਿ ਉੱਥੇ ਵੀ ਕਿਸਾਨਾਂ ਦੇ ਬੱਚੇ ਪੜ੍ਹਦੇ ਆ, ਤੁਸੀਂ ਜਾ ਕੇ ਉੱਥੇ ਜਿਹੜਾ ਮੋਟੀਵੇਟ ਹੈ ਕਿਸਾਨਾਂ ਨੂੰ ਕਰੋ। ਮੇਰਾ ਉਹੀ ਮੰਨਣਾ ਕਿ ਜਿੰਨਾ ਟਾਈਮ ਇਹ ਪਬਲਿਕ ਮੂਵਮੈਂਟ ਨਹੀਂ ਬਣਦੀ, ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ, ਪਰ ਜਿੰਨਾ ਪਬਲਿਕ ਮੂਵਮੈਂਟ ਨਹੀਂ ਬਣਦੀ ਉਹਨਾਂ ਟਾਈਮ ਇਹਦਾ ਮੈਂ ਕਾਰਵਾਈ ਵਾਲੇ ਪਾਸੇ ਸੀਗਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਵਾਰ ਕਾਰਵਾਈ ਕਰੇਗਾ ਕਿ ਨਹੀਂ? ਲੋਕੀ ਪ੍ਰਦੂਸ਼ਣ ਬੋਰਡ ਤਾਂ ਅਵੇਅਰਨੈਸ ਤੇ ਕੰਮ ਕਰ ਰਹੇ, ਅਵੇਅਰਨੈਸ ਤੇ ਕੰਮ ਕਰੋਗੇ ਤੁਸੀਂ? ਅਵੇਅਰਨੈਸ ਤੇ ਲੋਕੀ ਜਾਂ ਕਿਸਾਨ ਚਿੰਤਾ ਦੇ ਵਿੱਚ ਹੁੰਦੇ ਨੇ ਕਿ ਕਈ ਵਾਰ ਕੋਈ ਪਰਚਾ ਨਾ ਹੋ ਜਾਏ। ਜਾਂ ਫਿਰ ਆਪਾਂ ਚੰਡੀਗੜ੍ਹ ਦੇ ਇੱਥੇ ਇੰਡਸਟਰੀਅਲ ਏਰੀਆ ਬੈਠੇ ਆ, ਇੱਥੇ ਤੂੰ ਪਹਿਲਾਂ ਨਹੀਂ ਆਉਣਾ, ਪਹਿਲਾਂ ਕਿਸਾਨ ਜਿਹੜਾ ਅੱਗ ਲਾਊਗਾ ਉਹਦੇ ਫੇਫੜਾਂ ਚੋਂ ਲੰਘੂਗਾ, ਫਿਰ ਜਿਹੜੇ ਉਹਦਾ ਅੱਗ ਲੱਗਦੀ ਹੈ ਪੁੱਤ ਉਹਦਾ ਉੱਥੇ ਕੋਲੇ ਫਿਰਦਾ ਉਹਦੇ ਚ ਲੰਘੂਗਾ, ਫਿਰ ਜਿਹੜੇ ਘਰੇ ਪੋਤੇ ਹੋਣਗੇ ਪੋਤੀਆਂ ਹੋਣਗੀਆਂ ਪਿੰਡ ਚ ਉਹਨਾਂ ਤੋਂ ਲੰਘੂਗਾ। ਚੰਡੀਗੜ੍ਹ ਦਿੱਲੀ ਤਾਂ ਬੜੀ ਬਾਅਦ ਚ ਜਾਂਦਾ ਹੈ, ਰੋਗੀ ਉਹ ਵੀ ਹੋ ਰਹੇ ਆ, ਉਹਨਾਂ ਦੀ ਮਜਬੂਰੀ ਹੈ। ਉਹਨਾਂ ਨੂੰ ਸਾਨੂੰ ਸੈਂਟਰ ਸਰਕਾਰ ਨੂੰ ਇਨਸੈਂਟਿਵ ਵੀ ਦੇਣਾ ਚਾਹੀਦਾ, ਤੇ ਨਾਲ ਨਾਲ ਇੱਕ ਮੂਵਮੈਂਟ ਬਣਾ ਕੇ ਸਾਰੇ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਬੇਨਤੀ ਕਰਦੇ ਆ ਵੀ ਇਹਦੇ ਵਿੱਚ ਸਾਥ ਦਿਓ, ਕਿਉਂਕਿ ਇਹ ਸਾਰੀ ਮਨੁੱਖਤਾ ਦਾ, ਸਾਰਿਆਂ ਨੂੰ ਸਾਫ਼ ਸੁਥਰਾ ਵਾਤਾਵਰਨ ਮਿਲੇ, ਸਾਰਿਆਂ ਲਈ ਇਹ ਸਾਂਝਾ ਜਿਹੜਾ ਮਸਲਾ ਹੈ। ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਉਸ ਤੋਂ ਬਾਅਦ ਮੈਂ ਤੁਹਾਡੇ ਅਗਲੇ ਡਿਪਾਰਟਮੈਂਟ ਦਾ ਜ਼ਿਕਰ ਕਰੂੰਗਾ। ਮੱਤੇਵਾੜਾ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਲੱਗ ਰਿਹਾ ਸੀ ਜਿਸ ਨੂੰ ਕੈਨਸਲ ਕਰ ਦਿੱਤਾ ਗਿਆ। ਹੁਣ ਕਹਿ ਦਿੱਤਾ ਗਿਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਟੈਕਸਟਾਈਲ ਇੰਡਸਟਰੀ ਜਿਹੜੀ ਸੈਂਟਰ ਦਾ ਪੂਰਾ ਪ੍ਰੋਜੈਕਟ ਹੈ। ਮੀਜੀ, ਇਹ ਕੋਈ ਚੈਲੰਜ ਹੈ ਪ੍ਰਦੂਸ਼ਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ এনवायरमेंट ਡਿਪਾਰਟਮੈਂਟ ਮਿਨਿਸਟਰੀ ਦੇ ਸਾਹਮਣੇ ਵੀ? ਕਿਉਂਕਿ NOC ਤਾਂ ਦੇਣੀ ਪੈਣੀ ਹੈ ਨਾ ਜੇਕਰ ਕੋਈ ਇੰਡਸਟਰੀ ਲੱਗਦੀ ਹੈ। ਜੇ ਹੁਣ ਟੈਕਸਟਾਈਲ ਇੰਡਸਟਰੀ ਇੱਕ ਜਗ੍ਹਾ ਪੱਟ ਕੇ ਦੂਸਰੀ ਥਾਂ ਦੇ ਉੱਤੇ ਲਗਾਉਂਗੇ ਤਾਂ ਹੋ ਸਕਦਾ ਕਿ ਉੱਥੇ ਵੀ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਜਾਏ। ਗੌਰਵ ਜੀ, ਕੋਈ ਸੂਬਾ ਇੰਡਸਟਰੀ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ। ਬਿਲਕੁਲ। ਹੁਣ ਸਾਡੇ ਕੋਲੇ ਵੱਧ ਤੋਂ ਵੱਧ 50,000 ਅਸਾਮੀਆਂ ਹੋਰ ਖਾਲੀ ਹੋਣਗੀਆਂ, ਅਸੀਂ 18,500 ਨੌਕਰੀ ਦੇ ਦੀ 50,000 ਨੂੰ ਸਰਕਾਰੀ ਦੇ ਦਾਂਗੇ, ਬਾਕੀ ਨੂੰ ਸਰਕਾਰ ਕਿੱਥੋਂ ਦੇਊਗੀ? ਯੂ ਤਾਂ 50 ਲੱਖ ਬੇਰੁਜ਼ਗਾਰ ਹੈ ਨਾ। ਇੰਡਸਟਰੀ ਪੰਜਾਬ 'ਚ ਲਗਾਉਣ ਤੋਂ ਬਿਨਾ, ਇੰਡਸਟਰੀ ਅੱਗੇ ਵਧਾਉਣ ਤੋਂ ਬਿਨਾ ਤੁਹਾਡੀ ਇਕਨੋਮੀ ਚੱਲ ਹੀ ਨਹੀਂ ਸਕਦੀ। ਜੇ ਅਸੀਂ ਕਿਸਾਨਾਂ ਨੂੰ ਵੀ ਕੋਈ ਮੁਆਵਜ਼ਾ ਦੇਣਾ ਹੈ ਤਾਂ ਅਸੀਂ ਕਿੱਥੋਂ ਦੇਵਾਂਗੇ? ਜੇ ਸਾਡੇ ਕੋਲ ਪੈਸਾ ਆਊਗਾ, ਕਮਾਈ ਆਊਗਾ ਇੰਡਸਟਰੀ ਤੋਂ ਆਉਣਾ, ਫੇਰ ਹੀ ਅਸੀਂ ਦੇ ਸਕਦੇ ਆ ਨਾ। ਸੋ ਅਸੀਂ ਇਦਾਂ ਦਾ ਮਾਹੌਲ ਵੀ ਕ੍ਰੀਏਟ ਕਰ ਰਹੇ ਹਾਂ। ਪੰਜਾਬ 'ਚ ਇਨਵੈਸਟਮੈਂਟ ਹੋ ਰਹੀ ਹੈ, ਦੇਖੋ ਟਾਟਾ ਵਰਗੀ ਕੰਪਨੀ ਨੇ 2500 ਕਰੋੜ ਰੁਪਇਆ ਆ ਕੇ ਪੰਜਾਬ 'ਚ ਇਨਵੈਸਟ ਕਰਨ ਦਾ ਫੈਸਲਾ ਕੀਤਾ। ਇੱਕ ਮਾਹੌਲ ਜਿਹੜਾ ਉਹ ਬਣ ਰਿਹਾ। ਸੋ ਅਸੀਂ ਚਾਹੁੰਦੇ ਹਾਂ ਪੰਜਾਬ 'ਚ ਇੰਡਸਟਰੀ ਆਵੇ, ਪੰਜਾਬ ਤਰੱਕੀ ਕਰੇ, ਪਰ ਨਾਲ ਨਾਲ ਇਹ ਵੀ ਹੈ ਵੀ ਇਸ ਕਾਸਟ ਤੇ ਨਹੀਂ ਵੀ ਵਾਤਾਵਰਨ ਜਿਹੜਾ ਉਹ ਖਰਾਬ ਹੋਵੇ। ਅਸੀਂ ਸਾਰੀ ਇੰਡਸਟਰੀ ਤੇ ਜਿਹੜੀ ਵੀ ਹੈ, ਅਸੀਂ ਜੋ ਸਾਡੀਆਂ ਗਾਈਡਲਾਈਨਸ ਹੈ, ਜੋ ਸ਼ਰਤਾਂ ਨੇ, ਉਹ ਨੋਰਮਸ ਜਿਹੜੇ ਆ ਉਹ ਜ਼ਰੂਰ ਪੂਰੇ ਕਰਨੇ ਪੈਣਗੇ, ਹਨਾ। ਅਸੀਂ ਤਾਂ PNG ਗੈਸ ਤੇ ਵੀ ਲੈ ਕੇ ਜਾ ਰਹੇ ਹਾਂ ਕੋਲੇ ਤੋਂ ਗੋਬਿੰਦਗੜ੍ਹ 'ਚ ਜਿਹੜੀ ਇੰਡਸਟਰੀ ਨੂੰ। ਸੋ ਅਸੀਂ ਵਾਤਾਵਰਨ ਵੀ ਸਾਫ਼ ਰੱਖਣਾ ਤੇ ਨਾਲ ਨਾਲ ਇੰਡਸਟਰੀ ਵੀ ਜਿਹੜੀ ਹੈ ਉਹ ਲੈ ਕੇ ਆਉਣੀ ਸੂਬੇ ਲਈ ਜਿਹੜੀ ਬੜੀ ਜ਼ਰੂਰੀ ਹੈ, ਤਾਂ ਹੀ ਸਾਡੇ ਜਿਹੜੇ ਬੱਚਿਆਂ ਨੂੰ ਰੁਜ਼ਗਾਰ ਆ ਉਹ ਮਿਲ ਸਕਦਾ। ਠੀਕ ਹੈ। ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿਚਾਲੇ ਹਾਇਰ ਐਜੂਕੇਸ਼ਨ ਡੀਫੋਕਸ ਤਾਂ ਨਹੀਂ ਹੋ ਜਾਂਦਾ ਜਾਂ ਰਹਿੰਦਾ ਉਸ ਦੇ ਉੱਪਰ ਪੂਰਾ ਫੋਕਸ? ਹਾਇਰ ਐਜੂਕੇਸ਼ਨ ਤੋਂ ਬਿਨਾ ਤਾਂ ਕਹਿ ਲਓ ਵੀ, ਕਿਉਂਕਿ ਤੁਸੀਂ 50 ਲੱਖ ਬੇਰੁਜ਼ਗਾਰਾਂ ਦਾ ਜ਼ਿਕਰ ਕੀਤਾ, ਦੇਖੋ ਪੜ੍ਹ ਲਿਖ ਕੇ ਹਾਇਰ ਐਜੂਕੇਸ਼ਨ ਹਾਸਲ ਕਰਕੇ ਬੇਰੁਜ਼ਗਾਰ ਘੁੰਮ ਰਹੇ ਨੇ। ਉਹ ਇਹੀ ਕਿ ਵੱਡਾ ਚਿੰਤਾ ਦਾ ਸਬਬ ਹੈ ਕਿ ਧੜੱਲੇ ਨਾਲ ਯੂਨੀਵਰਸਿਟੀਆਂ ਖੁੱਲੀਆਂ ਨੇ। ਅੱਛਾ, ਬਹੁਤ ਸਾਰੇ ਬੱਚੇ ਜਿਹੜੇ ਡੇਲੀ ਪਾਸ ਆਊਟ ਹੋ ਕੇ ਨਿਕਲਦੇ ਨੇ, ਬਾਹਰ ਬਹੁਤ ਜਾ ਰਹੇ ਨੇ। ਤੁਸੀਂ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚ ਚਲੇ ਜਾਓ, ਇਨਫੈਕਟ ਤੁਹਾਡੇ ਕੋਲ ਪੂਰੀ ਇਨਫੋਰਮੇਸ਼ਨ ਹੋਏਗੀ, ਕਹਿੰਦੇ ਹਰ ਹਫਤੇ ਜਹਾਜ਼ਾਂ ਦੇ ਜਹਾਜ਼ ਭਰ ਕੇ ਬੱਚੇ ਹੁਣ ਵੀ ਬਾਹਰ ਜਾ ਰਹੇ ਨੇ। ਤਾਂ ਉਹ ਇੱਕ ਵੱਡਾ ਚੈਲੰਜ ਹੈਗਾ। ਦੇਖੋ, ਇਹ ਸਾਰਾ ਕੁਝ ਇੰਟਰਕਨੈਕਟਡ ਹੈ, ਹਨਾ। ਯੂਨੀਵਰਸਿਟੀਜ਼, ਕਾਲਜਸ ਜਿਹੜੇ ਆ ਬੜੇ ਖੋਲ ਦਿੱਤੇ ਗਏ, ਪਰ ਉਹਨਾਂ 'ਚ ਜਿਹੜਾ ਕੁਆਲਿਟੀ ਆਫ ਐਜੂਕੇਸ਼ਨ ਤੁਹਾਨੂੰ ਠੀਕ ਹੈ, 1-2 ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਦੇ ਰਹੀਆਂ, ਕੋਈ ਕਾਲਜ ਜਿਹੜਾ ਦੇ ਹੋਣਗੇ, ਕੱਲਾ ਇਹਨੂੰ ਪੈਸੇ ਕਮਾਉਣ ਦਾ ਜਿਹੜਾ ਸਾਧਨ ਹੈ ਉਹ ਬਣਾ ਲਿਆ। ਉਹ ਬੱਚਿਆਂ ਦਾ ਸ਼ੋਸ਼ਣ ਹੈ ਜਿਹੜਾ ਹੋ ਰਿਹਾ। ਚਲੋ ਪ੍ਰਾਈਵੇਟ ਤਾਂ ਹੋ ਰਿਹਾ ਸੀ, ਮੈਂ ਸਮਝਦਾ ਪਿਛਲੇ 20-25 ਸਾਲ ਤੋਂ ਸਰਕਾਰੀ 'ਚ ਵੀ ਹੋਇਆ, ਕਿਉਂਕਿ ਅੱਜ 2000 ਅਸਾਮੀਆਂ ਨੇ ਸਾਡੇ ਕੋਲ ਸਰਕਾਰੀ ਕਾਲਜਾਂ 'ਚ, ਤੇ ਭਰੀਆਂ ਕਿੰਨੀਆਂ ਹੋਈਆਂ ਨੇ ਜੀ ਸਰਕਾਰੀ ਪ੍ਰੋਫੈਸਰਾਂ ਦੇ? ਕੇਵਲ 300 ਦੇ ਨੇੜੇ ਤੇੜੇ। 1700 ਖਾਲੀ ਪਈ ਹੈ ਸਾਡੇ ਕੋਲੇ ਜਿਹੜੀ ਪੱਕੀ ਭਰਤੀ, ਲੈਕਚਰਰ ਕਹਿ ਰਹੇ ਹੋ ਜਾਂ ਹੋਰ ਜਿਹੜੇ ਫੈਕਲਟੀ ਮੈਂਬਰ, ਕਿਉਂਕਿ 96 ਤੋਂ ਬਾਅਦ ਭਰਤੀ ਨਹੀਂ ਹੋਈ। 25 ਸਾਲ ਇਸ ਕਰਕੇ ਭਰਤੀ ਨਹੀਂ ਕੀਤੀ ਕਿ ਜੀ ਕੋਰਟ ਕੇਸਸ ਹੈ। ਕੋਰਟ ਕੇਸ ਕਿਉਂ ਹੁੰਦੇ ਆ? ਕਿਉਂਕਿ ਜਦੋਂ ਤੁਸੀਂ, ਕਿਉਂਕਿ ਆਮ ਤੌਰ ਤੇ ਸਾਡੇ ਰਿਵਾਜ ਬਣ ਗਿਆ, ਜਦੋਂ ਵੀ ਇਲੈਕਸ਼ਨ ਈਅਰ ਹੈ ਉਦੋਂ ਨੌਕਰੀਆਂ ਕੱਢਣੀਆਂ ਨੇ, ਤੇ ਉਦੋਂ ਫਿਰ ਕਾਹਲੀਆਂ ਇੰਨੀਆਂ ਕਰਦੇ ਆ, ਚਾਹੇ ਸਕੂਲ ਐਜੂਕੇਸ਼ਨ ਦੀਆਂ ਹੋਣ, ਚਾਹੇ ਹਾਇਰ ਐਜੂਕੇਸ਼ਨ, ਚਾਹੇ ਪੁਲਿਸ ਦੀਆਂ, ਕਿਉਂਕਿ ਫਿਰ ਜਦੋਂ ਗਲਤੀਆਂ ਕਰਦੇ ਆ ਉਦੋਂ ਪ੍ਰੈਸ਼ਰ ਵੀ ਹੁੰਦਾ ਵੀ ਫਲਾਣੀ ਯੂਨੀਅਨ ਨੂੰ ਮੋਬਿਲਾਈਜ਼ ਕਰਨਾ, ਫਲਾਣੀ ਨੂੰ। ਕਈ ਵਾਰੀ ਇਦਾਂ ਦੇ ਲੋਕਾਂ ਨੂੰ ਮੋਬਿਲਾਈਜ਼ ਕਰ ਦਿੰਦੇ ਆ ਵੀ ਉਹ ਅਨਕਨਸਟੀਟਿਊਸ਼ਨਲ ਹੋ ਜਾਂਦਾ, ਉਹ ਕੋਰਟ 'ਚ ਟਿਕ ਹੀ ਨਹੀਂ ਪਾਉਂਦਾ, ਫਿਰ ਭਰਤੀ ਰੱਦ ਹੋ ਜਾਂਦੀ ਹੈ। ਤੂੰ ਦੇਖੋ 25 ਸਾਲਾਂ ਬਾਅਦ 2021 'ਚ ਭਰਤੀ ਕੱਢੀ ਪ੍ਰੋਫੈਸਰਾਂ ਦੀ, ਉਹ ਵੀ ਜਾ ਕੇ ਕੋਰਟ ਨੇ ਕੁਐਸ਼ ਕਰਤੀ।
ਹੁਣ ਸਾਡੇ ਬੱਚੇ, ਮੈਂ ਬੜੇ ਕਾਲਜਾਂ ਤੁਸੀਂ ਕਹ ਰਹੇ ਕਿ ਜਾਣਬੁੱਝ ਕੇ ਹੁੰਦਾ ਰਿਹਾ, ਜਾਣਬੁੱਝ ਕੇ ਕਰਦੇ ਰਿਹਾ ਜੀ ਕਿ ਕੋਈ ਨਾ ਕੋਈ ਐਸੀ ਕੁੰਡੀ ਰੱਖੋਗੇ ਜਿਹੜੀ ਕੋਰਟ 'ਚ ਜਾ ਕੇ ਸਟੇ ਮਿਲ ਜਾਏ। ਹਾਂ, ਕੋਰਟ 'ਚ ਸਟੇ ਮਿਲ ਜਾਏ, ਕਿਉਂਕਿ ਉਦੋਂ ਏਜੰਡਾ ਇਹ ਨਹੀਂ ਨਾ ਹੁੰਦਾ ਕਿਸੇ ਬੱਚਿਆਂ ਨੂੰ ਪ੍ਰੋਫੈਸਰ ਦੇਣੇ ਆ ਜਾਂ ਪ੍ਰੋਫੈਸਰ ਨੂੰ ਰੁਜ਼ਗਾਰ ਦੇਣਾਗਾ। ਉਦੋਂ ਏਜੰਡਾ ਇਹ ਹੁੰਦਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਖੁਸ਼ ਕਿਵੇਂ ਕਰਨਾ ਵੋਟਾਂ ਦੇ ਨੇੜੇ। ਨਹੀਂ 5 ਸਾਲ ਸਰਕਾਰ ਸੀ, 17 ਚ ਤੁਸੀਂ ਰੋਕਿਆ ਸੀ ਉਹਨਾਂ ਨੂੰ ਭਰਤੀ ਕਰਨਾ, ਜਾਂ 18 ਚ ਕਿਸੇ ਨੇ ਰੋਕਿਆ ਸੀ, ਅਸੀਂ ਰੋਕਿਆ ਸੀ, ਤੁਸੀਂ 21 ਜਾ ਕੇ ਕੋਈ ਕੀਤਾ? ਹਰ ਕੁਛ, ਜੇ ਖੇਡਾਂ ਵਾਲੇ ਪਾਸੇ ਵੀ ਜੇ ਖਿਡਾਰੀ ਮੈਡਲ ਲੈ ਕੇ ਆਉਂਦਾ ਜਿਹਦਾ ਵੋਟਾਂ ਵਾਲੇ ਸਾਲ ਚਲੇ ਆਉਣ ਤਾਂ ਨੌਕਰੀ ਵੀ ਕੈਸ਼ ਵੀ। ਵੋਟਾਂ ਵਾਲੇ ਸਾਲ ਤੋਂ ਬਿਨਾ ਕੁਝ ਨਹੀਂ ਹੁੰਦਾ। ਆਈ ਵੋਟਾਂ ਵਾਲੇ ਸਾਲ 'ਚ ਫਿਰ ਪ੍ਰੈਸ਼ਰ ਹੁੰਦਾ, ਫਲਾਣਾ ਬੰਦਾ ਆ ਗਿਆ, 20 ਬੰਦਿਆਂ ਦੀ ਯੂਨੀਅਨ ਕਹਿੰਦੇ ਰੇਰਾਂ ਵਾਲਾ ਵੀ ਜਿਹੜੀ ਲਾਈਨ ਕਹਿੰਦੇ ਉਹ ਵਿੱਚ ਪਾ ਦਿਓ। ਉਹ ਫਿਰ ਇਦਾਂ ਚੀਜ਼ਾਂ ਕਰ ਦਿੰਦੇ ਆ ਜਿਹੜੀਆਂ ਕੋਰਟ 'ਚ ਟਿਕੀ ਨਹੀਂ ਪਾਉਂਦੀਆਂ। ਤੇ ਇਹਨਾਂ ਦੀਆਂ ਨਲਾਇਕੀਆਂ ਕਰਕੇ ਜਿਹੜੇ ਸਾਡੇ 25 ਸਾਲਾਂ ਤੋਂ ਬੱਚਿਆਂ ਨੂੰ ਪ੍ਰੋਫੈਸਰ ਤੱਕ ਨਹੀਂ ਮਿਲੇ। ਸੋ ਇਹ ਸਾਰਾ ਕੁਝ ਇੱਕੋ ਦਮ ਹੋਣ ਵਾਲਾ ਨਹੀਂ। ਹੁਣ ਤੁਸੀਂ ਦੇਖੋ ਭਰਤੀ ਕੁਐਸ਼ ਹੋ ਗਈ, ਹੁਣ ਉਹਦੇ 'ਚ ਫਿਰ ਸਾਨੂੰ ਦਿੱਕਤ ਇਹ ਆ, ਡਬਲ ਬੈਂਚ ਤੇ ਜਾਂਦੇ ਆ ਤਾਂ ਕਿਉਂਕਿ ਸਾਡੇ ਕੋਲ ਜੁਆਇਨਿੰਗ ਕੇਵਲ 122 ਪ੍ਰੋਫੈਸਰਾਂ ਦੀ ਹੋਈ ਹੈ 1158 ਚੋਂ। ਸਾਡੇ ਪ੍ਰੋਫੈਸਰ ਬੜੇ ਵਧੀਆ ਨੇ, ਉਹ ਔਨ ਮੈਰਿਟ ਨੇ। ਬੱਚਿਆਂ ਨਾਲ ਵੀ ਗੱਲ ਹੁੰਦੀ ਹੈ, ਉਹ ਕਹਿੰਦੇ ਜੀ ਜਿੰਨਾ ਵਧੀਆ ਪ੍ਰੋਫੈਸਰ ਪੜਾਉਂਦੇ ਆ ਕਿਉਂਕਿ ਸਾਰੇ ਔਨ ਮੈਰਿਟ PhD ਸਕਾਲਰ ਨੇ। ਪਰ ਹੁਣ ਦਿੱਕਤ ਇਹ ਆ ਸਾਡੇ ਕੋਲ ਸਿਰਫ 122 ਦੀ ਜੁਆਇਨਿੰਗ ਹੈ, ਅਸੀਂ ਡਬਲ ਬੈਂਚ ਤੇ ਜਾਂਦੇ ਆ ਕਿਉਂਕਿ ਉਹਦੇ 'ਚ ਗੱਲਾਂ ਇੰਨੀਆਂ ਨੇ। ਜੇ ਤੁਸੀਂ ਦੇਖੋ ਕਿਉਂਕਿ ਗਲਤੀਆਂ ਨੋਟੀਫਿਕੇਸ਼ਨ ਹੋਣ ਤੋਂ ਬਾਅਦ PPSC ਤੋਂ ਲੈ ਕੇ ਪੇਪਰ ਯੂਨੀਵਰਸਿਟੀ ਨੂੰ ਦਿੱਤਾ ਤੁਸੀਂ ਕੰਡਕਟ ਕਰੋ, ਉਹਦੇ ਲਈ ਕੌਂਸਲ ਆਫ ਮਿਨਿਸਟਰ ਦੀ ਅਪਰੂਵਲ ਚਾਹੀਦੀ ਸੀ, ਉਹ ਕਰਵਾਈ ਨਹੀਂ ਗਈ। ਸਿਲੈਕਸ਼ਨ ਕਮੇਟੀ ਚੇਂਜ ਕਰਤੀ ਨੋਟੀਫਿਕੇਸ਼ਨ ਤੋਂ ਹੋਣ ਤੋਂ ਬਾਅਦ। ਜਦੋਂ ਰਿਜ਼ਲਟ ਆਉਂਦਾ ਉਦੋਂ ਵੇਟੇਜ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਸਰਕਾਰੀ ਕਾਲਜਾਂ 'ਚ ਜਿਨ੍ਹਾਂ ਦਾ ਐਕਸਪੀਰੀਅੰਸ ਹੈ ਤੇ ਮੁੜ ਕੇ ਵਾਪਸ ਲੈ ਲਈ ਜਾਂਦੀ ਹੈ, ਤੇ ਜਿਨ੍ਹਾਂ ਦੀ ਜੁਆਇਨਿੰਗ ਹੋਈ ਹੈ ਉਹਨਾਂ ਨੂੰ ਉਹ ਵੇਟੇਜ ਵਿੱਚ ਇਨਕਲੂਡ ਕੀਤੀ ਹੋਈ ਹੈਗੀ। ਮਤਲਬ ਕਿ ਇੰਨਾ ਕੁਝ ਕਰਤਾ। ਹੁਣ ਜੇ ਚਲੋ ਅਸੀਂ ਕਿਉਂਕਿ ਪ੍ਰੋਫੈਸਰ ਕਹਿੰਦੇ ਵੀ ਡਬਲ ਬੈਂਚ ਤੇ ਜਾਣਾ, ਅਸੀਂ ਚਲੇ ਜਾਂਦੇ ਆ, ਮੰਨ ਲਓ 3-4 ਸਾਲ ਕੇਸ ਚੱਲੀ ਜਾਂਦਾ ਤੇ ਫਿਰ ਕਿਉਂਕਿ ਨਵੀਂ ਭਰਤੀ ਅਸੀਂ ਕੱਢ ਨਹੀਂ ਸਕੇ ਉਹਨਾਂ ਟਾਈਮ, 3-4 ਸਾਲ ਬਾਅਦ ਫਿਰ ਉਹ ਕੁਐਸ਼ ਹੋ ਜਾਂਦਾ। ਇੰਨਾ ਹੀ ਬਹੁਤੇ ਪ੍ਰੋਫੈਸਰਾਂ ਚੋਂ ਜਿਹੜਾ ਅੱਜ 36 ਸਾਲ ਦਾ, ਕਿਉਂਕਿ 37 ਸਾਲ ਇਸ ਦੀ ਜਿਹੜੀ ਏਜ ਹੈ ਉਸ ਤੋਂ ਏਜ ਲਿਮਿਟ ਹੈ, ਅੱਜ 36 ਦਾ 4 ਸਾਲਾਂ ਨੂੰ 40 ਦਾ ਹੋ ਜਾਊਗਾ, ਉਹ ਨਹੀਂ ਅਪਲਾਈ ਕਰ ਪਾਏਗਾ, ਦੁਬਾਰਾ ਅਪਲਾਈ ਵੀ ਨਹੀਂ ਕਰ ਪਾਏਗਾ। ਹੁਣ ਅਸੀਂ ਮਤਲਬ ਕਿ ਨਵੀਆਂ ਨੌਕਰੀਆਂ ਵੀ ਨਹੀਂ ਕੱਢ ਸਕਦੇ ਕਿਉਂਕਿ 1158 ਤੁਹਾਡੇ ਕੋਲ ਕਾਗਜ਼ਾਂ ਤਾਂ ਭਰੀਆਂ ਹੋਏ ਨੇ ਨਾ। ਜੇ ਅਸੀਂ ਡਬਲ ਬੈਂਚ ਤੇ ਜਾ ਰਹੇ ਆ ਜਾਂ ਤਾਂ ਸਾਨੂੰ ਉਹਨੂੰ ਐ ਮੰਨਣਾ ਪਊਗਾ ਵੀ ਅਸੀਂ ਡਬਲ ਬੈਂਚ ਤੇ ਨਹੀਂ ਜਾਂਦੇ ਤਾਂ ਅਸੀਂ ਪੋਸਟਾਂ ਕੱਢ ਸਕਦੇ ਆ। ਸੋ ਇਹਨੂੰ ਲੈ ਕੇ ਹੁਣ CM ਸਾਹਿਬ ਵੀ ਅਸੀਂ ਮੀਟਿੰਗ ਜਿਹੜੀ ਆ ਪ੍ਰੋਫੈਸਰ ਦੇ ਨਾਲ ਬੁਲਾ ਰਹੇ ਆ। ਤਾਂ ਦੇਖੋ ਜਿਵੇਂ ਉਹ ਕਹਿਣਗੇ ਉਸ ਤਰ੍ਹਾਂ ਜਿਹੜਾ ਅਸੀਂ ਕਰਨਾ ਡਿਸਕਸ ਕਰਕੇ ਜੋ ਬੱਚਿਆਂ ਦੇ ਹਿੱਤ 'ਚ ਹੈ, ਜੋ ਪ੍ਰੋਫੈਸਰ ਦੇ ਹਿੱਤ ਹੈ, ਕਿਉਂਕਿ ਸਾਡਾ ਮੇਨ ਮਕਸਦ ਇਹ ਹੈ ਬੀਇੰਗ ਹਾਇਰ ਐਜੂਕੇਸ਼ਨ ਮਿਨਿਸਟਰ ਕਿ ਯਾਰ ਸਾਡੇ ਬੱਚਿਆਂ ਨੂੰ ਜਿਹੜੇ ਆ ਪ੍ਰੋਫੈਸਰ ਮਿਲਣ ਤਾਂ ਕਿ ਉਹਨਾਂ ਨੂੰ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਹੈ ਮਿਲੇ। ਹੁਣ ਬੱਚੇ ਨੇ ਐਡਮਿਸ਼ਨ ਲੈ ਲਈ BCom 'ਚ ਤੇ BCom ਵਾਲਾ ਉੱਥੇ ਕੋਈ ਪ੍ਰੋਫੈਸਰ ਹੀ ਹੈ ਨਹੀਂ। ਹਾਂ ਨਹੀਂ, ਇਹ ਤਾਂ ਫਿਰ ਇਸ਼ੂ ਰਹੇਗਾ ਹੀ, ਰਹੂਗਾ ਹੀ। ਤੇ ਸਾਡੇ ਕੋਲ ਜਦੋਂ 300 ਪ੍ਰੋਫੈਸਰ ਹੈ ਰਹਿਣਾ ਹੀ ਹੈ। ਸੋ ਜਿੰਨਾ ਪੱਠਾ ਇਹਨਾਂ ਨੇ 3 ਲੱਖ ਕਰੋੜ ਦਾ ਕਰਜ਼ ਪੰਜਾਬ ਤੇ ਚੜਾਇਆ, ਲੁੱਟਿਆ ਪੰਜਾਬ ਨੂੰ, ਤੇ ਹਾਇਰ ਐਜੂਕੇਸ਼ਨ ਦਾ ਵੀ ਜਿੰਨਾ ਇਹਨਾਂ ਨੇ ਸੱਤਿਆਨਾਸ਼ ਕੀਤਾ, ਸਕੂਲ ਕੀ ਹਾਇਰ ਦਾ, ਉਹ ਵੀ ਇੱਕ ਸਾਰਾ ਇੱਕ ਟੀਚਰ ਰਾਹੀਂ ਕੀਤਾ ਕਿ ਬੱਚਿਆਂ ਨੂੰ ਪੜ੍ਹਨ ਹੀ ਨਹੀਂ ਦੇਣਾ। ਪੜ੍ਹ ਕੇ ਵੀ ਜੇ ਕੋਈ ਡਿਗਰੀਆਂ ਵੀ ਇਦਾਂ ਦੀਆਂ ਲੈ ਕੇ ਮੰਨ ਲਓ ਕਿ ਜਿਨ੍ਹਾਂ 'ਚ ਕੁਝ ਕੱਢਣ ਪਾਉਣ ਨਹੀਂ ਹੋਊਗਾ, ਜਦੋਂ ਬਿਨਾਂ ਪ੍ਰੋਫੈਸਰਾਂ ਤੋਂ ਬੱਚੇ ਪੜ੍ਹਨਗੇ ਤਾਂ ਉਹ ਕੱਲ ਨੂੰ ਕਿਸ ਤਰ੍ਹਾਂ ਦੇ ਉਹ ਬਣਨਗੇ ਸਾਨੂੰ ਸਾਰਿਆਂ ਨੂੰ ਪਤਾ। ਚਲੋ ਮੈਂ ਅਗਲੇ ਡਿਪਾਰਟਮੈਂਟ ਵਾਲੇ ਪਾਸੇ ਵਧਾਂ, ਆਪਣੇ ਕੋਲ ਬਹੁਤ ਥੋੜਾ ਸਮਾਂ ਹੋਏਗਾ। ਗਵਰਨੈਂਸ ਰਿਫਾਰਮਸ ਦਾ ਜ਼ਿਕਰ ਹੁੰਦਾ ਹੈ, ਤੁਸੀਂ ਉਸ ਦੇ ਲਈ ਕੀ ਕੀਤਾ ਹੈ 7 ਮਹੀਨੇ ਦੇ ਵਿੱਚ? ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੇ ਇਸ਼ੂਜ਼ ਉਹ ਹਮੇਸ਼ਾ ਤੋਂ ਰਹੇ ਆ, ਖਾਸ ਤੌਰ ਤੇ ਸੇਵਾ ਕੇਂਦਰ। ਅਕਾਲੀ ਦਲ ਕਹਿੰਦਾ ਕਿ ਅਸੀਂ ਸੇਵਾ ਕੇਂਦਰ ਸ਼ੁਰੂ ਕੀਤੇ, ਕਾਂਗਰਸ ਨੇ ਉਹ ਸੇਵਾ ਕੇਂਦਰਾਂ ਨੂੰ ਖਤਮ ਕਰ ਦਿੱਤਾ, ਘਟਾ ਦਿੱਤੇ। ਉਸ ਤੋਂ ਬਾਅਦ ਅੱਗੇ ਜਾ ਕੇ ਆਮ ਆਦਮੀ ਪਾਰਟੀ ਨੇ ਉੱਥੇ ਮੁਹੱਲਾ ਕਲੀਨਿਕ ਖੋਲ ਦਿੱਤੇ। ਇੱਕ ਮੇਰੀ ਤੁਸੀਂ ਮੈਂ ਬੜਾ ਪਹਿਲਾਂ ਵੀ ਬੜੀ ਵਾਰੀ ਇਸ ਗੱਲ ਨੂੰ ਦਾ ਜ਼ਿਕਰ ਆਉਂਦਾ ਹੈਗਾ, ਅਕਾਲੀ ਦਲ ਨੇ 2000 ਖੋਲਤੇ ਜਿਨ੍ਹਾਂ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਐਕਚੁਅਲੀ ਨਾ ਪਤਾ ਗੱਲ ਕੀ ਹੈ, ਪਿਛਲੇ ਸਮੇਂ 'ਚ ਜਿੱਥੇ ਕੋਈ ਬਿਲਡਿੰਗ ਬਣਨੀ ਹੁੰਦੀ ਸੀ, ਇਨਫਰਾਸਟ੍ਰਕਚਰ ਕੋਈ ਬਣਨਾ ਹੁੰਦਾ ਸੀ, ਉਹ ਚੀਜ਼ ਨੂੰ ਬੜਾ ਭਜਦੇ ਸੀ ਵੀ ਜੇ 4 ਕਮਰੇ ਬਣ ਗਏ ਸਾਨੂੰ ਤਾਂ ਹੀ ਉਹ ਵਿੱਚ ਪੈਸੇ ਬਣ ਗਿਆ। ਤੁਹਾਡੇ ਮਹਾਲੀ ਵਾਲਾ ਬੱਸ ਸਟੈਂਡ ਜਾਂਦੀ ਉਹਦੇ ਕੋਈ ਬੱਸ ਐਡਾ ਉੱਥੇ ਕਰੋੜਾਂ ਰੁਪਇਆ ਲਾ ਕੇ ਰੱਖਤਾ, ਆਈ 2000 ਬਣਾਤਾ, ਉਹ ਵਰਤੋਂ 'ਚ ਨਹੀਂ ਸੀ ਆਉਣਾ ਕਿਉਂਕਿ ਉਹ ਜੇ ਉੱਥੇ ਮੰਨ ਲਓ ਦਿਨ 'ਚ ਬੰਦੇ ਹੀ 10 ਜਾ ਰਹੇ ਆ ਤਾਂ ਤੁਸੀਂ ਉਹਨੂੰ ਕਿਸ ਤਰ੍ਹਾਂ ਜਿਹੜਾ ਮੈਨੇਜ ਕਰੋਗੇ, ਕਿਸ ਤਰ੍ਹਾਂ ਜਿਹੜੇ 10 ਜਾ ਰਹੇ ਅਮੀਰ ਜੀ ਉਹਨਾਂ ਨੂੰ ਤਾਂ ਬੜੀ ਸਹੂਲਤ ਮਿਲਦੀ ਹੋਣੀ ਹੈ ਕਿ ਸਾਡੇ ਪਿੰਡ ਦੇ ਨੇੜੇ ਹੀ ਸਭ ਕੁਝ ਮਿਲ ਗਿਆ। ਹੁਣ ਤੁਸੀਂ ਮੈਨੂੰ ਦੱਸੋ, ਜੇ ਹੁਣ ਅਸੀਂ ਉਹਦੇ ਤੇ ਮੁਹੱਲਾ ਕਲੀਨਿਕ ਖੋਲਤੇ, ਲੋਕਾਂ ਦੇ ਪੈਸਾ ਲੱਗਿਆ ਸੀ, ਸੁਖਬੀਰ ਬਾਦਲ ਨੇ ਜੇਬ 'ਚ ਥੋੜੀ ਲਾਇਆ ਸੀ ਵੀ ਭਾਈ ਬਿਲਕੁਲ ਲੋਕਾਂ ਦਾ ਪੈਸਾ, ਲੋਕਾਂ ਦਾ ਪੈਸਾ ਸੀ। ਜੇ ਹੁਣ ਅਸੀਂ ਨਵੇਂ ਮੁਹੱਲਾ ਕਲੀਨਿਕ ਬਣਾਉਣ ਲੱਗ ਜਾਂਦੇ ਉਹ ਜਗ੍ਹਾ ਨੂੰ ਨਾ ਵਰਤੇ ਕਿੰਨੀ ਕਿ ਸਿਆਣਪ ਸੀ। ਲੋਕਾਂ ਦਾ ਪੈਸਾ ਲਾ ਕੇ ਬਿਲਡਿੰਗ ਪਈ ਸੀ ਤਾਂ ਅਸੀਂ ਭਾਈ ਕਿਹਾ ਲੋਕਾਂ ਦੇ ਪੈਸੇ ਨੂੰ ਵਰਤਿਆ ਜਾਵੇ, ਇੱਥੇ ਮੁਹੱਲਾ ਕਲੀਨਿਕ ਜਿਹੜੇ ਖੋਲੇ ਜਾਣ। ਤੇ ਬਾਕੀ ਜਦੋਂ ਤੱਕ ਰਹੀ ਜਿਹੜੇ ਸੁਵਿਧਾ ਕੇਂਦਰ ਚੱਲ ਰਹੇ ਉਹਨਾਂ ਦੀ ਗੱਲ, ਕਿਉਂਕਿ ਜਿਹੜੇ ਦੇਖੋ ਮਾਨ ਸਾਹਿਬ ਦੀ ਸਰਕਾਰ ਹੈ, ਅਸੀਂ ਰੋਜ਼ ਇਹੀ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਜਿਹੜੀ ਵੱਧ ਤੋਂ ਵੱਧ ਸਹੂਲਤ ਘਰ ਬੈਠਿਆਂ ਨੂੰ ਕਿਸ ਤਰ੍ਹਾਂ ਜਿਹੜੀ ਹੈ ਉਹ ਮਿਲ ਸਕੇ। ਰੋਜ਼ ਮੈਨੂੰ ਲੱਗਦਾ ਅਸੀਂ ਜਦੋਂ ਮੇਰੇ ਕੋਲ ਮਹਿਕਮਾ ਆਇਆ ਪਹਿਲਾਂ ਤਾਂ ਇਹ ਚੈੱਕ ਕੀਤਾ ਵੀ
ਪੈਂਡੈਂਸੀ ਕਿੰਨੀ ਪਈ ਹੈ, ਜਿਵੇਂ ਪੋਲੂਸ਼ਨ ਵਾਲਾ ਮੈਂ ਤੁਹਾਨੂੰ ਦੱਸਿਆ ਨਾ ਵੀ ਬਿਲਕੁਲ, ਪੈਂਡੈਂਸੀ ਮੈਂ ਹੈ, ਵੀ ਉਹੀ ਇਹਦੇ ਵਿੱਚ ਵੀ ਜਿਹੜਾ ਅਸੀਂ ਵੀ ਪੈਂਡੈਂਸੀ ਕਿੰਨੀ ਹੈ ਉਹ ਸਾਰਾ ਅਸੀਂ ਪਹਿਲਾਂ ਪੈਂਡੈਂਸੀ ਜਿਹੜੀ ਆ ਉਹ ਖਤਮ ਕਰਵਾਈ। Clear ਕਰ ਰਹੇ ਉਹਦੇ ਚ ਫਿਰ ਅਸੀਂ ਇਹ ਚੈੱਕ ਕੀਤਾ ਵੀ ਯਾਰ ਪੈਂਡੈਂਸੀ ਖਤਮ ਕਰ ਲਈ, ਕਿਤੇ ਕਿਸੇ ਰਿਜੈਕਟ ਹੀ ਤਾਂ ਨਹੀਂ ਕਰੀ ਜਾਂਦੇ। ਉਹਦੇ 'ਚ ਵੀ ਸਾਨੂੰ ਕਿਉਂਕਿ ਜਦੋਂ ਰਿਵਿਊ ਕੀਤਾ ਬੜਾ ਹੈਰਾਨੀਜਨਕ ਆંકੜੇ ਮਿਲੇ ਕਿ ਸਾਰੇ ਪੰਜਾਬ ਦੀ ਐਵਰੇਜ 0.9% ਮੇਰੇ ਖਿਆਲ ਲੁਧਿਆਣੇ ਤੇ ਲੁਧਿਆਣੇ ਦੀ 6.4%। ਉਹਦਾ ਕਾਰਨ ਕੀ ਸੀ? ਫਿਰ ਅਸੀਂ ਕੇਸਿਸ ਮੰਗਾਏ ਵੀ ਕੀ ਕੇਸ ਰਿਜੈਕਟ ਕਰ ਰਹੇ ਆ। ਉੱਥੇ ਕੁਝ ਬੰਦੇ ਨਾ ਮਤਲਬ ਕਿ ਰਿਜੈਕਟ ਕਰਨ ਦਾ ਕਾਰਨ ਵੀ ਜਿਵੇਂ ਕਿਸੇ ਨੇ ਮੈਰਿਜ ਸਰਟੀਫਿਕੇਟ ਲਈ ਅਪਲਾਈ ਕੀਤਾ ਜੀ, ਮਿਊਨਿਸਪਲ ਕਾਰਪੋਰੇਸ਼ਨ ਵਾਲੇ ਆਬਜੈਕਸ਼ਨ ਲਾ ਰਹੇ ਆ ਕਿ ਜਿਹੜੇ ਬੰਦੇ ਦੀ ਗਵਾਹੀ ਸੀ ਕਿ ਉਹਨੇ ਉਸ ਦਿਨ ਸਰਕਾਰੀ ਛੁੱਟੀ ਲਈ ਸੀ। ਮਤਲਬ ਕਿ ਕਮਾਲ ਦੀ ਗੱਲ, ਇਹ ਕੰਮ ਥੋੜਾ ਥੋੜੀ ਹੈ, ਉਹਦੇ ਡਿਪਾਰਟਮੈਂਟ ਵਾਲੇ ਦੇਖਣ। ਜਿਵੇਂ ਕਿਸੇ ਦੇ ਬੱਚੇ ਦਾ ਬਰਥ ਸਰਟੀਫਿਕੇਟ ਹੈ, ਉਹਦਾ ਲਿਖਤਾ ਵੀ ਮਦਰ ਦਾ ਜੀ ਸਕੂਲ ਸਰਟੀਫਿਕੇਟ, ਉਹਦੇ ਵਿੱਚ ਔਰ ਹੈ ਵੀ ਜਾਂ ਮਦਰ ਦਾ ਬਰਥ ਸਰਟੀਫਿਕੇਟ ਹੋਵੇ ਜਾਂ ਵੋਟਰ ਆਈਡੀ ਹੋਵੇ ਜਾਂ ਆਧਾਰ ਕਾਰਡ ਹੋਵੇ ਜਾਂ ਸਕੂਲ ਸਰਟੀਫਿਕੇਟ। ਕੱਲਾ ਸਕੂਲ ਲਿਖ ਕੇ, ਹੁਣ ਮਦਰ ਕੋਲ ਸਕੂਲ ਸਰਟੀਫਿਕੇਟ, ਮਦਰ ਸਕੂਲ ਗਈ ਨਾ ਹੋਵੇ, ਕਈਆਂ ਦਾ ਸਿਰਫ ਸਿੱਧਾ ਲਿਖਿਆ ਹੋਇਆ ਕਾਲ ਦੀ ਪਰਸਨ, ਵੀ ਬੰਦਾ ਜਦੋਂ ਸੁਵਿਧਾ ਕੇਂਦਰ ਜਾਊਗਾ ਜੀ ਮੇਰਾ ਆਧਾਰ ਕਾਰਡ ਬਣ ਗਿਆ, ਉਹ ਕਹਿਣਗੇ ਜੀ ਆਹ ਕਾਰਪੋਰੇਸ਼ਨ ਵਾਲੇ ਨੇ ਕਿਹਾ ਵੀ ਤੁਹਾਨੂੰ ਬੁਲਾਇਆ ਉੱਥੇ, ਤੇ ਬੰਦਾ ਜਦੋਂ ਜਾਊਗਾ ਤੇ ਫਿਰ ਉੱਥੋਂ ਕੋਈ ਉਹਦੇ ਤੋਂ ਮੰਗ ਕੀਤੀ ਜਾਊ। ਮਤਲਬ ਇਸ ਤਰ੍ਹਾਂ ਦੀਆਂ ਉੱਥੇ ਇਸ ਤਰ੍ਹਾਂ ਦੀ 6.4 ਅਸੀਂ ਉੱਥੇ ਗਏ ਕੇਵਲ ਇਹ ਦੱਸਣ ਦੇ ਲਈ ਸਾਰੇ ਪੰਜਾਬ ਦੇ ਅਧਿਕਾਰੀਆਂ ਨੂੰ ਕਿ ਇਹ ਹੁਣ ਪਹਿਲਾਂ ਵਾਲੀ ਸਰਕਾਰ ਨਹੀਂ, ਇੱਥੇ ਮੰਤਰੀ ਉੱਪਰ ਬੈਠ ਕੇ ਚੈੱਕ ਕਰਦੇ ਆ ਵੀ ਭਾਈ ਤੁਸੀਂ ਕਿਉਂ ਜਿਹੜਾ ਉਹ ਰਿਜੈਕਟ ਹੈ ਉਹ ਕਰ ਰਹੇ ਹੋ। ਤੇ ਉਸ ਦਿਨ ਤੋਂ ਬਾਅਦ ਜਿਹੜੀ ਰਿਜੈਕਟ ਕੇਸਸ ਦੀ ਉਹ ਵੀ ਪੂਰੇ ਪੰਜਾਬ ਦੇ ਵਿੱਚ ਘਟੇ ਨੇ। ਜਿਸ ਦਿਨ ਜਾ ਕੇ ਮੈਂ ਤੇ ਨਿੱਜਰ ਸਾਹਿਬ ਨੇ ਉੱਥੇ ਜਿਹੜਾ ਉਹਨਾਂ ਨਾਲ ਪੁੱਛਗਿੱਛ ਕੀਤੀ, ਸਾਰਾ ਉਹਨਾਂ ਨੂੰ ਦੱਸਿਆ, ਮੈਂ ਪ੍ਰੈਸ ਕਾਨਫਰੰਸ ਵੀ ਜਿਹੜੀ ਕੀਤੀ ਹੈ। ਸੋ ਲਗਾਤਾਰ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ। ਤੇ ਇਸ ਤੋਂ ਇਲਾਵਾ ਕਿਉਂਕਿ ਬੜੇ ਜਿਹੜੇ ਲੋਕ ਸੀ ਉਹ 183 ਸਰਵਿਸਿਜ਼ ਇਹ ਕੀਤੀਆਂ ਨੇ, ਬੰਦਾ ਜਾ ਕੇ ਉੱਥੇ ਅਪਲਾਈ ਕਰਦਾ ਸੀ, ਉਦੋਂ ਬਾਅਦ ਉਹਨੂੰ ਜਿਵੇਂ ਬਰਥ ਸਰਟੀਫਿਕੇਟ ਹੈ, ਡੈਥ ਸਰਟੀਫਿਕੇਟ ਹੈ, ਰੈਜ਼ੀਡੈਂਸ ਸਰਟੀਫਿਕੇਟ ਹੈ, ਜਾਤੀ ਸਰਟੀਫਿਕੇਟ ਹੈ, ਉਹਨੂੰ ਉੱਥੇ ਫੇਰ ਫੜਨ ਲਈ ਜਾਣਾ ਪੈਂਦਾ ਸੀ। ਖਾਸ ਤੌਰ ਤੇ ਬੱਚੇ, ਮੰਨ ਲਓ ਹੁਣ ਇੱਕ ਬੱਚਾ ਹੈਗਾ, ਉਹਨੇ ਕਿਸੇ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਹੈ, ਉਹਦਾ ਰੈਜ਼ੀਡੈਂਸ ਸਰਟੀਫਿਕੇਟ ਹੈ, ਜਿਹਨੇ 5 ਜਗ੍ਹਾ ਲੈਣੀ ਹੈ ਤਾਂ ਉਹਨੂੰ 5 ਵਾਰੀ ਉੱਥੇ ਜਾ ਕੇ, ਚਾਹੇ ਇੱਕ ਵਾਰੀ ਜਾਂ ਕਈ ਵਾਰ ਐ ਹੁੰਦਾ ਵੀ ਬੱਚੇ ਨੇ ਅਗਲੇ ਸਾਲ ਕਾਸੇ ਫੇਰ ਲਈ ਚਾਹੀਦਾ, ਉਹਨੂੰ ਉਨੇ ਵਾਰੀ ਉੱਥੇ ਜਾਣਾ ਪੈਂਦਾ ਸੀ, ਹੋਲੋਗ੍ਰਾਮ ਲਵਾਉਣਾ ਪੈਂਦਾ ਸੀ, ਫਿਰ ਸਾਈਨ ਜਿਹੜੇ ਕਰਵਾਉਣੇ ਪੈਂਦੇ ਸੀ। ਅਸੀਂ 183 ਸਰਵਿਸ ਇਹ ਕਰਤੀਆਂ ਵੀ ਤੁਸੀਂ ਕੇਵਲ ਜਾ ਕੇ ਉੱਥੇ ਅਪਲਾਈ ਕਰਨਾ, ਤੁਹਾਡੇ ਮੋਬਾਈਲ ਤੇ ਜਿਹੜਾ ਉਹਦਾ ਲਿੰਕ ਆ ਜਾਊਗਾ ਤੇ ਉਹ ਤੁਸੀਂ ਕਿਤੋਂ ਵੀ ਚਾਹੇ ਘਰੋਂ ਪ੍ਰਿੰਟ ਕੱਢ ਲਓ, ਕਿਸੇ ਕੈਫੇ ਤੋਂ ਕਢਾ ਲਓ, ਚਾਹੇ ਮੋਬਾਈਲ ਵਾਲੀ ਦਿਖਾ ਦਿਓ, ਉਹ ਤੁਹਾਡਾ ਸਾਰੇ ਕਿਤੇ ਵੈਲਿਡ ਹੈ। ਤੇ ਅਪਲਾਈ ਕਰਨ ਵੇਲੇ ਵੀ ਅਸੀਂ ਇਹ ਕਰਤਾ, ਕਿਉਂਕਿ ਪਹਿਲਾਂ ਫਾਰਮ ਭਰਿਆ ਜਾਂਦਾ ਸੀ, ਫਿਰ ਨਾਲ ਫੋਟੋ ਸਟੇਟ ਲੱਗਦੀ ਸੀ, ਉਹਦਾ ਵੀ ਅਸੀਂ ਇਹ ਕਰਤਾ ਵੀ ਕੋਈ ਫੋਟੋ ਸਟੇਟ ਨਹੀਂ, ਕੋਈ ਫਾਰਮ ਨਹੀਂ। ਜੇ ਤੁਸੀਂ ਆਧਾਰ ਕਾਰਡ ਅਪਲਾਈ ਕਰਨਾ ਹੈ, ਤੁਸੀਂ ਨਾਲ ਇਕੱਲੇ ਓਰੀਜਨਲ ਆਪਦੇ ਡਾਕੂਮੈਂਟ ਲੈ ਕੇ ਜਾਣੇ ਆ, ਉੱਥੇ ਹੀ ਸਕੈਨ ਕਰਕੇ ਤੁਹਾਡੇ ਮੋਬਾਈਲ ਤੇ ਉਦੋਂ ਬਾਅਦ ਜਿਹੜਾ ਸਰਟੀਫਿਕੇਟ ਹੈ ਜਿਹੜਾ ਉਹ ਬਣ ਕੇ ਉਹ ਘਰ ਆ ਜਾਊਗਾ। ਤੇ ਇਸ ਤੋਂ ਇਲਾਵਾ ਅਸੀਂ ਕਿਉਂਕਿ ਬੱਚਿਆਂ ਨੂੰ ਆਪਾਂ ਸਕੂਲ 'ਚ ਹੁਣ ਸਕੂਲ ਲਿਵਿੰਗ ਸਰਟੀਫਿਕੇਟ ਮਿਲਦਾ, ਕਰੈਕਟਰ ਸਰਟੀਫਿਕੇਟ ਮਿਲਦਾ, ਅਸੀਂ ਉਹਦੇ ਨਾਲ ਹੀ, ਕਿਉਂਕਿ ਜਿਹੜੇ ਬੱਚੇ ਨੇ ਅੱਗੇ ਕਾਲਜ 'ਚ ਐਡਮਿਸ਼ਨ ਲੈਣੀ ਹੈ ਉਹਨੂੰ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਹੈ, ਬਿਲਕੁਲ ਜਾਤੀ ਸਰਟੀਫਿਕੇਟ ਚਾਹੀਦਾ ਹੈ, ਉਹਨੂੰ ਸਕੂਲ ਦੇ ਕਰੈਕਟਰ ਸਰਟੀਫਿਕੇਟ ਦੇ ਨਾਲ ਹੀ ਸਕੂਲ 'ਚੋਂ ਜਿਹੜਾ ਪ੍ਰੋਵਾਈਡ ਹੈ ਸਾਰੇ ਬੱਚਿਆਂ ਨੂੰ ਅਸੀਂ ਕਰਵਾ ਦਿਆ ਕਰਾਂਗੇ। ਤੇ ਇਸ ਤੋਂ ਇਲਾਵਾ ਅਸੀਂ ਆਉਣ ਵਾਲੇ ਸਮੇਂ 'ਚ ਇਹ ਵੀ ਕਰ ਰਹੇ ਹਾਂ ਗੌਰਵ ਜੀ ਕਿ ਕਿਸੇ ਨੂੰ ਸੁਵਿਧਾ ਕੇਂਦਰ ਵੀ ਜਾਣਾ ਹੀ ਨਾ ਪਵੇ, ਇਹ ਸੁਵਿਧਾ ਕੇਂਦਰ ਵੀ ਬੰਦ ਕਰਕੇ ਇੱਥੇ ਵੀ ਮਹੱਲਾ ਕਲੀਨਿਕ ਖੋਲ ਦਾਂਗੇ ਕਿ ਕਿਸੇ ਨੂੰ। ਤੁਹਾਡੀ ਸਟੇਟਮੈਂਟ ਵਿਰੋਧੀਆਂ ਨੇ ਚੁੱਕ ਲੈਣੀ ਹੈ ਤੇ ਬਾਕੀ ਦੇ ਨਹੀਂ ਅਸੀਂ ਸੁਵਿਧਾ ਕੇਂਦਰ ਬੰਦ ਕਰਨ ਵਾਲੇ ਨਹੀਂ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਘਰੋਂ ਬੈਠਾ ਹੀ ਬੰਦਾ ਅਪਲਾਈ ਕਰੂਗਾ। ਤੁਸੀਂ ਆਨਲਾਈਨ ਦੇ ਉੱਪਰ ਜ਼ਿਆਦਾ ਫੋਕਸ ਕਰ ਰਹੇ? ਨਹੀਂ ਸਕੈਨਰ ਲੈ ਕੇ ਸਾਡਾ ਬੰਦਾ ਘਰੇ ਆਊਗਾ, ਤੁਸੀਂ ਦੱਸਣਾ ਵੀ ਭਾਈ ਮੈਂ ਸ਼ਾਮ ਨੂੰ 6 ਵਜੇ ਘਰੇ ਆਉਣਾ, ਨਿਊਜ਼ 18 'ਚ ਮੈਂ ਡਿਊਟੀ ਕਰਦਾ, ਮੈਂ ਬੱਚੇ ਦਾ ਬਣਾਉਣਾ ਵੀ 6 ਵਜੇ ਆਇਓ, 6 ਵਜੇ ਸਾਡਾ ਬੰਦਾ ਆਊਗਾ, ਤੁਹਾਡੇ ਸਾਰੇ ਡਾਕੂਮੈਂਟ ਲੈ ਕੇ ਜਾਊਗਾ, ਤੇ ਜਿੱਦਣ ਤੁਹਾਡੇ ਤੋਂ ਪੁੱਛ ਕੇ ਵੀ ਜੇ ਤੁਸੀਂ ਕਹੋਗੇ ਵੀ ਹਫ਼ਤੇ ਬਾਅਦ ਆਇਓ ਤਾਂ ਹਫ਼ਤੇ ਬਾਅਦ ਤੁਹਾਡਾ ਕੇ ਘਰੇ ਜਿਹੜਾ ਡਾਕੂਮੈਂਟ ਆ ਉਹ ਬਣਾ ਕੇ ਦੇ ਕੇ ਜਾਊਗਾ। ਇਹ ਵੀ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਚਲੋ ਮੈਂ ਹੁਣ ਸਪੋਰਟਸ ਵਾਲੇ ਪਾਸੇ ਪਹੁੰਚ ਜਾਵਾਂ, ਬਹੁਤ ਅਹਿਮ ਹੈ, ਮੈਨੂੰ ਲੱਗਦਾ ਆਪਾਂ ਉਸ ਦੇ ਉੱਪਰ ਗੱਲ ਹੋਣੀ ਚਾਹੀਦੀ ਹੈ। ਖੇਡਾਂ ਵਤਨ ਪੰਜਾਬ ਦੀਆਂ ਦਾ ਟਾਰਗੇਟ ਕੀ ਹੈ, ਮਕਸਦ ਕੀ ਹੈ? ਖੇਡ ਕਲਚਰ ਪੰਜਾਬ 'ਚ ਰਿਵਾਈਵ ਕਰਨਾ। ਇਹਦੇ ਨਾਲ 올림픽ਸ ਟਾਰਗੇਟ ਹੈ ਕਿ ਉਹਦਾ ਐਂਡ ਆਫ ਦਾ ਡੇ ਰਿਜ਼ਲਟ ਨਿਕਲੇ, 올림픽ਸ ਵਾਲੇ ਪਾਸੇ ਅਸੀਂ ਪੁਸ਼ ਕਰ ਸਕੀਏ ਆਪਣੇ ਖਿਡਾਰੀਆਂ ਨੂੰ? ਦੇਖੋ 올림픽 ਵਾਲੇ ਪਾਸੇ ਇੱਕੋ ਦਿਨ ਤਾਂ ਚਲਿਆ ਨਹੀਂ ਜਾਣਾ, ਪਹਿਲਾਂ ਤੁਹਾਨੂੰ ਉਹਦਾ ਦਾ ਮਾਹੌਲ ਜਿਹੜਾ ਉਹ ਸਿਰਜਣਾ ਪਊਗਾ ਸੂਬੇ ਦੇ ਵਿੱਚ ਜੀ, ਬਿਲਕੁਲ, ਕਿ ਬੱਚੇ ਉਸ ਪਾਸੇ ਨੂੰ ਜਾਣ। ਪਹਿਲਾਂ ਖੇਡਾਂ ਵਾਲਾ ਪਾਸਾ ਜੋੜ ਲਈਏ, ਆ ਜਿਹੜਾ ਨਸ਼ੇ ਵਾਲਾ ਕੋੜ ਪੰਜਾਬ ਨੂੰ ਚਿੰਬੜਿਆ, ਇਹਦਾ ਕਾਰਨ ਇਹੀ ਸੀ ਕਿ ਤੁਸੀਂ ਖੇਡ ਕਲਚਰ ਪੰਜਾਬ 'ਚੋਂ ਖਤਮ ਕਰਤਾ। ਸਾਡੇ ਪੰਜਾਬ ਦੀ ਤੂਤੀ ਬੋਲਦੀ ਸੀ ਪੂਰੇ ਦੇਸ਼ ਦੇ ਵਿੱਚ, ਨੰਬਰ 1 ਰਹੇ ਹਾਂ ਅਸੀਂ ਨੈਸ਼ਨਲ ਖੇਡਾਂ ਦੇ ਵਿੱਚ 2001 ਤਾਈਂ, ਬਿਲਕੁਲ। ਇੰਟਰਨੈਸ਼ਨਲ ਖਿਡਾਰੀ ਸਾਡੇ ਏਡੇ ਏਡੇ ਬਲਵੀਰ ਸਿੰਘ ਸੀਨੀਅਰ ਵਰਗੇ, ਗਾਮੇ ਪਹਿਲਵਾਨ, ਏਡੇ ਮਤਲਬ ਕਿ ਪੰਜਾਬ ਦੀ ਜਰਕੇਜ ਧਰਤੀ ਹੈ ਨਾ, ਜਿਨ੍ਹਾਂ ਦੇ ਰਿਕਾਰਡ ਅੱਜ ਤੱਕ ਵਿਸ਼ਵ 'ਚ ਟੁੱਟ ਨਹੀਂ ਸਕੇ, ਕਰਤਾਰ ਪਹਿਲਵਾਨ ਵਰਗਿਆਂ ਦੇ, ਮਿਲਖਾ ਸਿੰਘ ਵਰਗਿਆਂ ਦੇ। ਤੇ
ਪਿਛਲੇ ਸਮੇਂ 'ਚ ਕਿਉਂਕਿ ਨਾ ਤਾਂ ਅਸੀਂ ਜਿਹੜੇ ਖਿਡਾਰੀ ਮੈਡਲ ਆਪਣੇ ਬਲਬੂਤੇ ਤੇ ਲੈ ਕੇ ਆਉਂਦੇ ਸੀ ਉਹਨਾਂ ਨੂੰ ਮਾਨ ਸਨਮਾਨ ਦਿੱਤਾ। ਹਾਂ, ਜੇ ਵੋਟਾਂ ਨੇੜੇ ਲੈ ਆਏ ਫਿਰ ਸਾਰਾ ਕੁਝ, ਜੇ ਵੋਟਾਂ ਨਹੀਂ ਨੇੜੇ ਹੈਗੀਆਂ ਤਾਂ ਕੁਝ ਨਹੀਂ ਕਰਨਾ। ਤੇ ਨਾ ਹੀ ਅਸੀਂ ਕੋਈ ਪਾਲਿਸੀ ਤਿਆਰ ਕਰ ਸਕੇ ਵੀ ਖੇਡ ਕਲਚਰ ਕਿੱਦਾਂ ਰਿਵਾਈਵ ਕਰਨਾ ਹੈ, ਖਿਡਾਰੀ ਨੂੰ ਮੈਡਲ ਤੱਕ ਲੈ ਕੇ ਕਿਵੇਂ ਜਾਣਾ। ਆ ਹੁਣ 올림픽 ਕਾਮਨਵੈਲਥ ਵਾਲੇ ਮੈਡਲ ਲੈ ਕੇ ਆਏ ਆ, ਕੋਈ ਵੋਟਾਂ ਨੇੜੇ ਨਹੀਂ ਸੀ, ਅਸੀਂ 9.5 ਕਰੋੜ ਰੁਪਇਆ ਉਸੇ ਮਹੀਨੇ ਦਿੱਤਾ ਤਾਂ ਕਿ ਅਸੀਂ ਉਹਨਾਂ ਨੂੰ ਦੇਖ ਕੇ ਪੰਜਾਬ ਦੇ ਹੋਰ ਖਿਡਾਰੀ ਜਿਹੜੇ ਸਟੇਟ ਪੱਧਰ ਦੇ ਆ, ਨੈਸ਼ਨਲ ਪੱਧਰ ਦੇ ਆ, ਉਹਨਾਂ 'ਚ ਹੋਰ ਹੌਸਲਾ ਹੋਵੇ ਯਾਰ ਅਸੀਂ ਵੀ ਮੈਡਲ ਜਿਹੜਾ ਉਹ ਲੈ ਕੇ ਆਉਣਾ। ਮੈਂ ਪੋਲੀਟੀਕਲ ਵਾਲੇ ਪਾਸੇ ਲੈ ਕੇ ਨਹੀਂ ਜਾਣਾ ਚਾਹ ਰਿਹਾ ਪੂਰੀ ਗੱਲ 'ਚ, ਮੈਂ ਪੋਲੀਟਿਕਲ ਖੇਡ ਤੁਹਾਡੇ ਵਿਰੋਧੀ ਗੁਜਰਾਤ ਇਲੈਕਸ਼ਨ ਨਾਲ ਜੁੜੀ ਜਾਂਦੇ ਆ ਸਾਰੀਆਂ ਚੀਜ਼ਾਂ। ਨਹੀਂ ਦੇਖੋ, ਉਹਨਾਂ ਨੇ ਵਿਰੋਧ ਕਰਨਾ ਕਿਉਂਕਿ ਵਿਰੋਧੀ ਧਿਰ ਹੈ, ਉਹਨਾਂ ਦਾ ਫਰਜ਼ ਹੈ, ਉਹਨਾਂ ਨੇ ਆਪਦਾ ਕੰਮ ਕਰਨਾ। ਪਰ ਲੋਕ ਪੰਜਾਬ ਦੇ ਜਿਹੜੇ ਆ ਉਹ ਦੇਖ ਰਹੇ ਆ, ਜਿਹੜੇ ਖੇਡ ਮੇਲੇ 'ਚ ਕਦੇ 15,000 ਤੋਂ ਜ਼ਿਆਦਾ ਪਾਰਟਿਸਿਪੇਸ਼ਨ ਨਹੀਂ ਸੀ ਹੋਈ ਪੰਜਾਬ 'ਚ, 3 ਲੱਖ ਬੱਚੇ ਨੇ ਪਾਰਟਿਸਿਪੇਟ ਕੀਤਾ ਇੱਥੇ ਖੇਡਾਂ ਵਤਨ ਪੰਜਾਬ ਦੀਆਂ 'ਚ, 350 ਬਲਾਕ ਤੇ ਖੇਡਾਂ ਹੋਈਆਂ ਤੇ 12,500 ਪਿੰਡ 'ਚੋਂ ਮੈਨੂੰ ਲੱਗਦਾ ਕੋਈ ਇਦਾਂ ਦਾ ਪਿੰਡ ਹੋਣਾ ਨਹੀਂ ਵੀ ਜਿੱਥੋਂ ਦੇ ਬੱਚਿਆਂ ਨੇ ਪਾਰਟਿਸਿਪੇਟ ਨਹੀਂ ਕੀਤਾ ਹੋਊਗਾ। 60,000 ਬੱਚਾ ਤਾਂ ਸਾਡੇ ਕੋਲੇ ਆ 15 ਤੋਂ ਸਟੇਟ ਸ਼ੁਰੂ ਹੋ ਗਿਆ, ਜਿਹੜਾ ਜ਼ਿਲ੍ਹੇ ਤੋਂ ਜਿੱਤ ਕੇ ਆਇਆ 60,000 ਬੱਚਾ ਹੈ। ਕਿਸੇ ਜ਼ਿਲ੍ਹੇ 'ਚ ਕੋਈ ਹੁਣ ਸਾਰੇ ਜ਼ਿਲ੍ਹੇ ਅਲੱਗ-ਅਲੱਗ ਗੇਮਾਂ ਹੋਸਟ ਕਰ ਰਿਹਾ, 5-5000 ਬੱਚੇ ਜਾ ਰਹੇ ਆ, ਕਿੰਨਾ ਉਹਨਾਂ ਨੂੰ ਐਕਸਪੋਜ਼ਰ ਮਿਲ ਰਿਹਾ। ਮੈਂ ਬਰਨਾਲੇ ਮੈਂ ਸ਼ੁਰੂ ਕਰਵਾ ਕੇ ਆਇਆ, ਰੱਖੋਗੇ ਹਰ ਸਾਲ ਹੋਣਗੇ। ਮੈਂ ਤੁਹਾਨੂੰ ਦੱਸਦਾ ਜੀ, ਮੋਹਾਲੀ ਦੇ ਬੱਚੇ ਸੀ, ਫਿਰੋਜ਼ਪੁਰ ਦੇ ਬੱਚੇ ਸੀ, ਉਹ ਕਹਿੰਦੇ ਸੀ ਕਦੇ ਬਰਨਾਲੇ ਆਏ ਨਹੀਂ ਜ਼ਿੰਦਗੀ 'ਚ, ਉਹਨਾਂ ਨੂੰ ਉੱਥੇ ਐਕਸਪੋਜ਼ਰ ਮਿਲ ਰਿਹਾ, ਖੇਡਣਗੇ, ਦੂਸਰੇ ਜ਼ਿਲ੍ਹਿਆਂ ਦੇ ਬੱਚਿਆਂ ਨੂੰ ਮਿਲਣਗੇ, ਇੱਕ ਹੌਸਲਾ ਬੱਚੇ ਦੇ ਵਿੱਚ ਆਉਂਦਾ ਹੈਗਾ। ਸੋ ਇੱਕ ਮਾਹੌਲ ਪੈਦਾ ਕਰਨਾ, ਇਹਦੇ ਨਾਲ ਨਸ਼ੇ ਵਾਲਾ ਕੋਡ ਵੀ ਵੱਢਿਆ ਜਾਊਗਾ ਬਿਲਕੁਲ ਉਸੇ ਪੁਆਇੰਟ ਇਹਦੇ ਨਾਲ, ਕਿਉਂਕਿ ਸਾਰੇ ਬੱਚੇ 올림픽 ਕਾਮਨਵੈਲਥ ਚੋਂ ਮੈਡਲ ਲੈ ਕੇ ਆਉਣਗੇ। ਨਸ਼ੇ ਦੇ ਬੱਚਾ ਕਦੋਂ ਲੱਗਦਾ? ਜੋ 15-16 ਸਾਲ ਦੀ ਉਮਰ ਤੋਂ 20-22 ਸਾਲ ਦੀ ਉਮਰ ਤੱਕ ਹੁੰਦਾ। ਜਦੋਂ ਕਿ ਤੁਹਾਡੇ ਮਾਹੌਲ ਇਦਾਂ ਦਾ ਉਹ ਸਾਰੇ ਬੱਚੇ ਗਰਾਊਂਡ 'ਚ ਹੋਣਗੇ, ਆਪੇ ਉਸ ਪਾਸੇ ਬਚਣਗੇ। ਬਿਲਕੁਲ ਹਨਾ, ਉਹਦੇ ਨਾਲ ਬੰਦਾ ਫਿਜ਼ੀਕਲੀ ਸਟਰੋਂਗ ਹੋਣ ਦੇ ਨਾਲ ਮੈਂਟਲੀ ਸਟਰੋਂਗ ਵੀ। ਤੁਸੀਂ ਹਰ ਸਾਲ ਲਈ ਪਲਾਨ ਕਰ ਰਹੇ ਹੋ? ਹਰ ਸਾਲ ਹੋਣਗੇ ਗੌਰਵ ਜੀ? ਮੈਨੂੰ ਪਤਾ ਕਿਉਂਕਿ ਐਤਕੀ ਨਾ, ਕਿਉਂਕਿ ਸਾਡੇ ਵੀ ਜਦੋਂ 10-10 ਹਜ਼ਾਰ ਬੱਚਾ ਇੱਕ ਜ਼ਿਲ੍ਹੇ 'ਚ ਇਕੱਠਾ ਆ ਗਿਆ, ਕਿਉਂਕਿ ਪਹਿਲਾਂ ਕਿਹੜਾ ਕਦੇ ਇਦਾਂ ਦਾ ਹੋਇਆ ਸੀ, ਸਾਡੇ ਨਾਲ ਮੁਲਾਜ਼ਮਾਂ ਨੂੰ, ਅਫਸਰਾਂ ਨੂੰ ਸੀ ਪਤਾ, ਮਿਹਨਤ ਸਾਰਿਆਂ ਨੇ ਬੜੀ ਕੀਤੀ ਹੈ। ਹੋ ਸਕਦਾ ਕਮੀਆਂ ਪਿੱਛੇ ਰਹਿ ਗਈਆਂ ਹੁਣ, ਪਰ ਹਰ ਸਾਲ ਬਿਹਤਰ ਹੋਊਗਾ, ਹਰ ਸਾਲ ਸਪੋਰਟ ਦਾ ਬਜਟ ਵੀ ਵਧੂਗਾ ਤੇ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ 'ਚੋਂ ਜੋ ਮਤਲਬ ਕਿ ਸਾਨੂੰ ਲੱਗਿਆ ਗੁਰੂ ਪਿਛਲੇ ਸਾਲ ਨੂੰ ਕਮੀਆਂ ਪਿੱਛੀਆਂ, ਤੁਸੀਂ 27 ਤੱਕ ਜਾਂਦਿਆਂ ਦੇ ਦੇਖੋਗੇ ਕਿ ਇਹਦਾ ਲੈਵਲ ਬਹੁਤ ਉੱਪਰ ਤੱਕ ਚਲਾ ਜਾਣਾ। ਮੈਂ ਨਹੀਂ ਕਹਿੰਦਾ ਕਿ ਸਾਡੇ ਸਾਲ 2 ਸਾਲ 'ਚ ਹੀ 올림픽 ਵਾਲੇ ਪਲੇਅਰ ਪੈਦਾ ਹੋ ਜਾਣਗੇ, ਪਰ ਇਹਦੇ ਰਿਜ਼ਲਟ ਤੁਹਾਨੂੰ 5 ਸਾਲ ਨੂੰ, 7 ਸਾਲ ਨੂੰ, 10 ਸਾਲ ਨੂੰ, ਜੋ ਅੱਜ ਪੰਜਾਬ 'ਚ ਹੋਇਆ, ਇੱਕ ਨਵਾਂ ਮੋੜ ਆਇਆ, ਇਹਦੇ ਦੇਖਣ ਨੂੰ ਮਿਲਣਗੇ ਤੇ ਸਾਡਾ ਸੂਬਾ ਜੋ ਮਾਨ ਸਾਹਿਬ ਦਾ ਸੁਪਨਾ ਦੁਬਾਰਾ ਖੇਡਾਂ 'ਚ ਪਹਿਲੇ ਨੰਬਰ ਤੇ ਆਊਗਾ। ਚਲੋ ਇੱਕ ਆਖਰੀ ਸਵਾਲ ਮੇਰਾ, ਕਿਉਂਕਿ ਮਾਨ ਸਾਹਿਬ ਨੇ ਜਦੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂਆਤ ਕੀਤੀ, ਖੁਦ ਖੇਡਦੇ ਹੋਏ ਨਜ਼ਰ ਆਏ ਸੀ, ਤੁਸੀਂ ਵੀ ਕਿਸੇ ਗੇਮ ਪਰ ਹੱਥ ਅਜ਼ਮਾ ਰਹੇ ਹੋ ਅੱਜ ਕੱਲ? ਮੈਂ ਤਾਂ ਕਿਉਂਕਿ ਬੜਾ ਮੇਰਾ ਸਪੋਰਟਸ ਨਾਲ ਪਿਆਰ ਹੈ, ਜਿਵੇਂ ਸੀਐਮ ਸਾਹਿਬ ਰੋਜ਼ ਵਾਲੀਬਾਲ ਖੇਡਦੇ ਆ, ਬਿਲਕੁਲ ਸਾਡਾ ਕੰਧ ਸਾਂਝੀ ਹੈ, ਰੋਜ਼ ਸਾਡੇ ਘਰੇ ਸੁਣਦਾ ਉਹਨਾਂ ਦਾ ਵਾਲੀਬਾਲ ਦਾ ਰੌਲਾ। ਮੈਂ ਡੇਲੀ ਬੈਡਮਿੰਟਨ ਡੇਲੀ ਖੇਡਦਾ ਜੀ, ਕ੍ਰਿਕਟ ਵੀ ਮੈਂ ਜਦੋਂ ਸਪੋਰਟਸ ਵਾਲਾ ਸੰਭਾਲਣ ਤੋਂ ਬਾਅਦ ਸ਼ੁਰੂ ਕੀਤਾ? ਨਹੀਂ, ਮੈਂ ਪਿਛਲੇ 5 ਸਾਲ ਵੀ ਮੇਰੇ ਬਰਨਾਲੇ ਦੇ ਲੋਕ ਜਾਣਦੇ ਆ, ਮੈਂ ਰੈਗੂਲਰ ਜਿਹੜੀ ਕ੍ਰਿਕਟ ਹੈ ਉੱਥੇ ਵੀ ਖੇਡਦਾ ਰਿਹਾ ਤੇ ਸਕੂਲ ਦੇ ਵਿੱਚ ਵੀ ਮੈਂ ਸਕੂਲ ਦੀ ਫੁੱਟਬਾਲ ਟੀਮ ਦਾ ਕੈਪਟਨ ਸੀ, ਐਥਲੈਟਿਕਸ ਮੈਂ ਕਰਦਾ ਰਿਹਾ। ਕੋਈ ਇਦਾਂ ਦੀ ਖੇਡ ਨਹੀਂ ਹੋਣੀ, ਕੱਲੀ ਹਾਕੀ ਹੈ ਕਿਉਂਕਿ ਸਾਡੇ ਉੱਥੇ ਹੈ ਨਹੀਂ ਸੀ ਹਾਕੀ ਦਾ ਇੰਨਾ, ਮੈਂ ਜਿਹੜੀ ਖੇਡ ਹੈ ਨਾ ਖੇਡੀ ਹੋਵੇ। ਹਰ ਖੇਡ ਮੈਂ ਪਹਿਲਾਂ ਵੀ ਖੇਡਦਾ ਰਿਹਾ ਤੇ ਹੁਣ ਵੀ ਖੇਡ ਰਿਹਾ, ਬਸ ਇਹ ਹੈ ਵੀ ਚੰਨੀ ਸਾਹਿਬ ਵਾਂਗੂ ਰੋਜ਼ ਲਾਈਵ ਨਹੀਂ ਹੁੰਦਾ ਖੇਡਦਾ ਹੋਇਆ। ਤੁਹਾਡੀਆਂ ਤਸਵੀਰਾਂ ਨਹੀਂ ਨਜ਼ਰ ਆਉਂਦੀਆਂ ਕਿ ਤੁਸੀਂ ਗਰਾਊਂਡ 'ਚ ਪਹੁੰਚੇ ਹੋਏ ਹੋ ਔਰ ਪ੍ਰੈਕਟਿਸ ਕਰ ਰਹੇ ਹੋ। ਹਾਂ, ਨਹੀਂ ਮੈਂ ਜਾਣਾ ਰੋਜ਼ ਆ, ਹਨਾ, ਜੇ ਕੋਈ ਵੈਸੇ ਕੋਈ ਵੀਰ ਭਰਾ ਕੇ ਉੱਥੇ ਖਿੱਚ ਲੇ ਤਾਂ ਕੀ ਕਹਿਣਾ, ਪਰ ਮੈਂ ਜਾਂਦਾ ਰੋਜ਼ ਆ ਤੇ ਮੈਂ ਚਾਹਣਾ ਕਿ ਪੰਜਾਬ ਦਾ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਤਾਂ ਹੀ ਅਸੀਂ ਅੰਡਰ 14 ਤੋਂ ਲੈ ਕੇ +50 ਤੱਕ ਰੱਖਿਆ ਵੀ ਖੇਡਾਂ ਵਾਲੇ ਪਾਸੇ ਆਵੇ। ਇਹਦੇ ਨਾਲ ਇੱਕ ਨਵੀਂ ਊਰਜਾ ਪੰਜਾਬ ਦੇ ਵਿੱਚ ਭਰੀ ਜਾਊਗੀ, ਕਿਉਂਕਿ ਪੰਜਾਬੀ ਖੁੱਲੇ ਹੱਡਾਂ ਪੈਰਾਂ ਵਾਲੇ ਇਹ ਖੇਡਣ ਕੁੱਦਣ ਦੇ ਲਈ ਬਣੇ ਆ ਤੇ ਪੰਜਾਬ 'ਚ ਇੱਕ ਪੋਜ਼ਿਟਿਵ એનર્ਜੀ ਆਵੇ, ਸਾਡੀ ਜਵਾਨੀ ਜਿਹੜੀ ਆ ਉਹ ਬਚੇ, ਉਹਨੂੰ ਰੁਜ਼ਗਾਰ ਵੀ ਮਿਲੇ ਤੇ ਉਹ ਦੇਸ਼ ਦਾ ਨਾਮ ਵੀ ਦੁਨੀਆ ਦੇ ਵਿੱਚ ਰੌਸ਼ਨ ਕਰੇ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਮੈਂ ਕੋਸ਼ਿਸ਼ ਕੀਤੀ ਹੈ ਕਿ ਸਿੱਧੇ ਡਾਇਰੈਕਟਲੀ ਲੋਕਾਂ ਨਾਲ ਜੁੜੇ ਸਵਾਲ ਹੋਣ, ਕਿਉਂਕਿ ਜਦੋਂ ਆਪਾਂ ਕਈ ਵਾਰ ਸਿਆਸਤ ਵਾਲੇ ਪਾਸੇ ਚਲੇ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ, ਹਾਲਾਂਕਿ ਸ਼ਾਇਦ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਰਹਿ ਗਈਆਂ। ਬਿਲਕੁਲ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ। ਧੰਨਵਾਦ ਜੀ, ਬਹੁਤ ਬਹੁਤ। ਤਾਂ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ 7 ਮਹੀਨੇ ਦੇ ਵਿੱਚ ਸਰਕਾਰ ਨੇ ਕੀ ਕੁਝ ਕੀਤਾ ਹੈ, ਉਮੀਦ ਖੇਰ ਜੀ ਦੱਸ ਰਹੇ ਸੀ, ਪਰ ਉਮੀਦ ਕਰਦੇ ਹਾਂ ਖਾਸ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ, ਹਾਇਰ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਪੋਲਿਊਸ਼ਨ ਵਾਲੇ ਮਸਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਹੋਰ ਸੋਲਿਡ ਰੋਡ ਮੈਪ ਵੀ ਨਜ਼ਰ ਆਏਗਾ। ਇਸ ਗੱਲਬਾਤ ਦੇ ਵਿੱਚ ਨਹੀਂ, ਇਜਾਜ਼ਤ ਦਿਓ, ਧੰਨਵਾਦ।